हाँ जी, गुड मॉर्निंग मैम। गुड मॉर्निंग मैम, वेरी गुड मॉर्निंग। की हाल है मैम, ठीक हो? हाँ जी वधिया जी, और तुसी ठीक ठाक हाँ जी? जी, हाँ जी, मैं करा शेयर स्क्रीन? हाँ जी शेयर कर दो जी, बस स्क्रीन शेयर कर दो। हाँ जी, हाँ जी, 5-7 मिनट बाद करांगे स्क्रीन शेयर। हाँ जी, हाँ जी। ठीक है मैम। हाँ जी, ठीक है मैम।
जी मैम स्टार्ट करिए जी। जी स्टार्ट करूं मैम? करिए मैम, फिर जी शुरू करूं? करिए। हाँ जी मैम, मैं पिछों डिस्टर्बेंस आ रही है जी। हाँ जी, मेरा नाम विभा चौहान है। मैं गवर्नमेंट ITI वूमेन बेरीगेट ਅੰਮ੍ਰਿਤਸਰ ਦੇ ਵਿੱਚ फैशन डिजाइन ਟੈਕਨੋਲੋਜੀ ਦੀ इंस्ट्रक्टर हाँ। मैं एक मिनट अनम्यूट कर लो जी, अनम्यूट करियो। मेरा नाम विभा चौहान है। मैं गवर्नमेंट ITI वूमेन बेरीगेट ਅੰਮ੍ਰਿਤਸਰ ਦੇ ਵਿੱਚ फैशन डिजाइन ਟੈਕਨੋਲੋਜੀ ਦੀ इंस्ट्रक्टर हाँ। मैं ਸਾਡੇ डिपार्टमेंट ਦੇ डायरैक्टर मिस्टर विजेंद्र धवन ਅਤੇ डिपार्टमेंट ऑफ टैक्नीकल एजुकेशन एंड इंडस्ट्रीयल ट्रेनिंग विंग ਦੇ ਸਮੂਹ ਸਟਾਫ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਨਿੰਮੀ ਦਾ ਪਲੇਟਫਾਰਮ ਦਿੱਤਾ। ਤੇ ਮੇਰਾ ਅੱਜ ਦਾ ਟੌਪਿਕ ਹੈ ਡਰਾਫਟਿੰਗ ਆਫ ਸਾੜੀ ਪੇਟੀਕੋਟ। ਸਭ ਤੋਂ ਪਹਿਲੇ ਮੈਂ ਆਪਣੇ ਇੰਸਟੀਚਿਊਟ ਬਾਰੇ ਤੁਹਾਡੇ ਨਾਲ ਥੋੜੀ ਡਿਸਕਸ਼ਨ ਕਰਾਂਗੀ ਕਿ ਮੇਰੇ ਇੰਸਟੀਚਿਊਟ ਦੇ ਵਿੱਚ ਕਿਹੜੀਆਂ ਟ੍ਰੇਡਸ ਚੱਲ ਰਹੀਆਂ ਨੇ। ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਬੇਰੀਗੇਟ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਿਹੜੀਆਂ ਟ੍ਰੇਡਸ ਚੱਲਦੀਆਂ ਨੇ, ਪਹਿਲੀ ਟ੍ਰੇਡ ਹੈ ਕਟਿੰਗ ਟੇਲਰਿੰਗ ਐਮਬਰਾਇਡਰੀ ਐਂਡ ਟੀਚਰ ਟ੍ਰੇਨਿੰਗ। ਇਹ ਕੋਰਸ ਚੱਲਦਾ ਹੈ, ਇਹ 1 ਈਅਰ ਕੋਰਸ ਹੈ। ਸਵਿੰਗ ਟੈਕਨੋਲੋਜੀ ਜਿਹੜਾ ਹੈ ਉਹ ਵੀ 1 ਈਅਰ ਕੋਰਸ ਹੈ। ਸਰਫੇਸ ਆਰਨਾਮੈਂਟੇਸ਼ਨ ਟੈਕਨੀਕ ਜਿਹੜਾ ਕਢਾਈ ਦਾ ਕੋਰਸ ਹੈ ਉਹ ਵੀ 1 ਸਾਲ ਦਾ ਹੈ। ਫੈਸ਼ਨ ਡਿਜ਼ਾਈਨ ਟੈਕਨੋਲੋਜੀ ਦਾ ਜਿਹੜਾ ਕੋਰਸ ਹੈ ਉਹ ਵੀ 1 ਸਾਲ ਦਾ ਹੈ। ਬੇਸਿਕ ਕਾਸਮੈਟੋਲੋਜੀ ਜਿਹੜਾ ਬਿਊਟੀ ਐਂਡ ਕੇਅਰ ਦੇ ਨਾਲ ਸੰਬੰਧਿਤ ਹੈ ਉਹ ਵੀ ਜਿਹੜਾ ਹੈ ਕੋਰਸ 1 ਸਾਲ ਦਾ ਹੈ। ਡਰਾਫਟਮੈਨ ਸਿਵਲ ਵਿੱਚ ਇਮਾਰਤਾਂ ਦੇ ਨਕਸ਼ੇ ਬਣਾਉਣੇ ਸਿਖਾਏ ਜਾਂਦੇ ਹਨ ਤੇ ਇਹ ਵੀ ਜਿਹੜਾ ਕੋਰਸ ਹੈ ਲੜਕੀਆਂ ਵਾਸਤੇ ਹੈ। ਇਹ ਵੀ 2 ਸਾਲਾਂ ਦਾ ਕੋਰਸ ਹੈ। ICTSM ਇਹਦੇ ਵਿੱਚ ਇਲੈਕਟ੍ਰੋਨਿਕਸ ਦੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਕੰਪਿਊਟਰਸ ਦੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਹ ਵੀ ਕੋਰਸ ਜਿਹੜਾ 2 ਸਾਲ ਦਾ ਹੈ। ਸਾਡੇ ਪ੍ਰਿੰਸੀਪਲ ਨੇ ਮਾਨਯੋਗ ਸਰਦਾਰ ਕਿਰਪਾਲ ਸਿੰਘ ਜੀ, ਜਿਨ੍ਹਾਂ ਦਾ ਮੋਬਾਈਲ ਨੰਬਰ ਹੈ 9815791144। ਜੇ ਤੁਹਾਨੂੰ ਕੋਈ ਵੀ ਕੰਟੈਕਟ ਕਰਕੇ ਕੁਝ ਵੀ ਪੁੱਛਣਾ ਹੈ ਤੇ ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ। ਮੇਰਾ ਵੀ ਨੰਬਰ ਜਿਹੜਾ ਹੈ ਅਖੀਰ ਤੇ ਸਕਰੀਨ ਤੇ ਆਏਗਾ। ਤੁਸੀਂ ਸਰ ਨੂੰ ਵੀ ਕੰਟੈਕਟ ਕਰਕੇ ਕੁਝ ਵੀ ਜੇ ਐਡਮਿਸ਼ਨ ਦੇ ਰਿਲੇਟਡ ਜਾਂ ਹੋਰ ਵੀ ਕੋਈ ਕੋਰਸ ਦੇ ਰਿਲੇਟਡ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ। ਵੀਕ ਨੰਬਰ 36 ਦਾ ਜਿਹੜੇ ਅੱਜ ਅਸੀਂ ਟੌਪਿਕ ਡਿਸਕਸ ਕਰਾਂਗੇ, ਮੀਨਿੰਗ ਆਫ ਡਰਾਫਟਿੰਗ। ਡਰਾਫਟਿੰਗ ਦਾ ਕੀ ਮਤਲਬ ਹੈ? ਕੰਸੀਡਰੇਸ਼ਨ ਵਾਈਲ ਟੇਕਿੰਗ ਬਾਡੀ ਮੇਜਰਮੈਂਟਸ। ਬਾਡੀ ਮੇਜਰਮੈਂਟਸ ਲੈਂਦੇ ਹੋਏ ਸਾਨੂੰ ਕਿਹੜੇ ਪੁਆਇੰਟਸ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਹਨ? ਡਰਾਫਟਿੰਗ ਟੂਲਸ, ਡਰਾਫਟਿੰਗ ਦੇ ਔਜ਼ਾਰ ਕਿਹੜੇ ਹਨ? ਡਰਾਫਟਿੰਗ ਆਫ 4 ਪੈਨਲ ਪੇਟੀਕੋਟ, 4 ਪੈਨਲ ਪੇਟੀਕੋਟ ਦੀ ਡਰਾਫਟਿੰਗ ਕਿਸ ਤਰ੍ਹਾਂ ਕਰੀਦੀ ਹੈ? ਡਰਾਫਟਿੰਗ ਆਫ 6 ਪੈਨਲ ਪੇਟੀਕੋਟ, 6 ਪੈਨਲ ਪੇਟੀਕੋਟ ਦੀ ਡਰਾਫਟਿੰਗ ਕਿੱਦਾਂ ਕਰੀਦੀ ਹੈ? ਮੀਨਿੰਗ ਆਫ ਲੇਆਊਟ, ਲੇਆਊਟ ਦਾ ਕੀ ਮਤਲਬ ਹੈ? ਕੱਪੜੇ ਦਾ ਅਨੁਮਾਨ ਕਿੱਦਾਂ ਲਗਾਉਣਾ ਹੈ ਉਹਦੀ ਜਾਣਕਾਰੀ। ਲੇਆਊਟ ਆਫ 4 ਪੈਨਲ ਪੇਟੀਕੋਟ, 4 ਕਲੀਆਂ ਦੇ ਪੇਟੀਕੋਟ ਦਾ ਲੇਆਊਟ ਕਿਸ ਤਰ੍ਹਾਂ ਕਰਾਂਗੇ। 6 ਪੈਨਲ ਪੇਟੀਕੋਟ ਲੇਆਊਟ ਆਫ 6 ਪੈਨਲ ਪੇਟੀਕੋਟ ਦਾ ਲੇਆਊਟ ਅਸੀਂ ਕਿਸ ਤਰ੍ਹਾਂ ਕਰਾਂਗੇ। ਫਿਰ ਉਸ ਤੋਂ ਬਾਅਦ ਇਹਨਾਂ ਦੋਵਾਂ ਪੇਟੀਕੋਟ ਦੀ ਕਟਾਈ ਕਿੱਦਾਂ ਕਰਾਂਗੇ ਤੇ ਉਸ ਤੋਂ ਬਾਅਦ ਇਹ ਦੋਵਾਂ ਪੇਟੀਕੋਟ ਦੀ ਸਿਲਾਈ ਕਿੱਦਾਂ ਕਰਾਂਗੇ, ਅਸੀਂ ਇਹ ਅੱਜ ਡਿਸਕਸ ਕਰਨਾ ਹੈ। ਮੀਨਿੰਗ ਆਫ ਡਰਾਫਟਿੰਗ। ਸਭ ਤੋਂ ਪਹਿਲੇ ਅਸੀਂ ਡਰਾਫਟਿੰਗ ਦਾ ਮਤਲਬ ਸਮਝਨੇ ਆ, ਕਿਉਂਕਿ ਅਸੀਂ ਡਰਾਫਟਿੰਗ ਕਰਨ ਜਾ ਰਹੇ ਹਾਂ ਤੇ ਸਾਨੂੰ ਪਹਿਲੇ ਡਰਾਫਟਿੰਗ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਡਰਾਫਟਿੰਗ ਵਿੱਚ ਸਿਲਾਈ ਕੀਤੇ ਜਾਣ ਵਾਲੇ ਕੱਪੜੇ ਦਾ ਖਾਕਾ ਕਾਗਜ਼ ਉੱਪਰ ਬਣਾਇਆ ਜਾਂਦਾ ਹੈ। ਇਹ ਤਰੀਕਾ ਗਣਿਤ ਦੇ ਆਧਾਰਿਤ ਹੈ ਕਿਉਂਕਿ ਇਸ ਵਿੱਚ ਵਿਅਕਤੀ ਦੇ ਸਰੀਰ ਦੇ ਨਾਪਾਂ ਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਸਭ ਨੂੰ ਪਤਾ ਹੈ ਕਿ ਪਹਿਲੇ ਅਸੀਂ ਮਾਪ ਲੈਂਦੇ ਹਾਂ, ਫਿਰ ਮੈਥਮੈਟਿਕ ਕੈਲਕੂਲੇਸ਼ਨਸ ਲਗਾਉਂਦੇ ਹਾਂ, ਸਾਡਾ ਜਿਹੜਾ ਮਾਪ ਆਉਂਦਾ ਹੈ ਉਹਦਾ ਫਿਰ ਅਸੀਂ ਡਰਾਫਟ ਬਣਾ ਦਿੰਦੇ ਹਾਂ।
ਡਰਾਫਟਿੰਗ ਸਰੀਰ ਦੇ ਸਹੀ ਨਾਪ ਉੱਪਰ ਨਿਰਧਾਰਿਤ ਹੁੰਦੀ ਹੈ, ਇਸ ਲਈ ਸਰੀਰ ਦੇ ਲਏ ਗਏ ਨਾਪ ਬਿਲਕੁਲ ਸਹੀ ਹੋਣੇ ਚਾਹੀਦੇ ਹੈ। ਸਭ ਨੂੰ ਪਤਾ ਹੈ ਕਿ ਜਦੋਂ ਅਸੀਂ ਡਰਾਫਟਿੰਗ ਬਣਾਉਂਦੇ ਹਾਂ ਤੇ ਕਿਸੇ ਸਰੀਰ ਦਾ ਨਾਪ ਲੈਂਦੇ ਹਾਂ ਤੇ ਜਿਹਦਾ ਅਸੀਂ ਨਾਪ ਲੈ ਰਹੇ ਹਾਂ ਉਹ ਬਿਲਕੁਲ ਸਹੀ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਜੇ ਲਏ ਗਏ ਮਾਪ ਗਲਤ ਹੋਣਗੇ ਤਾਂ ਡਰਾਫਟਿੰਗ ਵੀ ਗਲਤ ਬਣੇਗੀ, ਜਿਸ ਦਾ ਅਸਰ ਕੱਪੜੇ ਦੀ ਫਿਟਿੰਗ ਉੱਪਰ ਆਵੇਗਾ। ਜੇ ਸਾਡੀ ਡਰਾਫਟਿੰਗ ਦੇ ਵਿੱਚ ਮਾਪ ਜਿਹੜੇ ਅਸੀਂ ਲਿੱਤੇ ਉਹ ਗਲਤ ਲਿੱਤੇ ਹੈ ਤੇ ਉਹਦੇ ਨਾਲ ਕਈ ਵਾਰ ਬਹੁਤ ਟਾਈਟ ਕੱਪੜਾ ਆ ਜਾਏਗਾ ਤੇ ਜਾਂ ਫਿਰ ਕੱਪੜਾ ਬਹੁਤ ਲੂਜ਼ ਆ ਜਾਏਗਾ ਜਿਹੜਾ ਕਿ ਪ੍ਰੋਪਰ ਫਿਟ ਨਹੀਂ ਆਏਗਾ। ਡਰਾਫਟਿੰਗ ਵਿੱਚ ਕੁਝ ਨਾਪ ਦੂਸਰੇ ਨਾਪਾਂ ਉੱਤੇ ਨਿਰਧਾਰਿਤ ਹੁੰਦੇ ਹਨ, ਜਿਵੇਂ ਕਿ ਗਲੇ ਦਾ ਨਾਪ, ਛਾਤੀ ਦੀ ਗੋਲਾਈ ਦਾ 1/12ਵਾਂ ਹਿੱਸਾ ਲਿਆ ਜਾਂਦਾ ਹੈ। ਹੁਣ ਡਰਾਫਟਿੰਗ ਜਦੋਂ ਕਰਦੇ ਹਾਂ ਤੇ ਕੁਝ ਨਾਪ ਜਿਹੜੇ ਇੱਕ ਦੂਜੇ ਤੇ ਨਿਰਧਾਰਿਤ ਹੁੰਦੇ ਨੇ, ਜਿਸ ਤਰ੍ਹਾਂ ਕਿ ਛਾਤੀ ਦਾ ਮਾਪ ਹੈ। ਸਾਨੂੰ ਸਭ ਤੋਂ ਪਹਿਲੇ ਛਾਤੀ ਦਾ ਮਾਪ ਪਤਾ ਹੋਏ ਤੇ ਅਸੀਂ ਸਾਰੀ ਮੇਜਰਮੈਂਟਸ ਕਰ ਸਕਦੇ ਹਾਂ ਫਾਰਮੂਲੇ ਲਗਾ ਕੇ। ਜਿਸ ਛਾਤੀ ਦਾ ਚੌਥਾ ਹਿੱਸਾ ਕੀਤਾ ਤੇ ਅਸੀਂ ਉਹਦੀ ਕਿੰਨੀ ਅਸੀਂ ਛਾਤੀ ਲੈਣੀ ਆ, ਉਹਦੇ ਵਿੱਚ ਕਿੰਨੀ ਈਜ਼ ਪਾਣੀ ਹੈ ਅਸੀਂ ਕੱਢ ਸਕਦੇ ਹਾਂ। ਜੇ ਗਲੇ ਦਾ ਮਾਪ ਕੱਟਣਾ ਹੈ ਤੇ ਗਲੇ ਦਾ ਮਾਪ ਸਾਨੂੰ ਨਹੀਂ ਪਤਾ ਤੇ ਛਾਤੀ ਦਾ ਮਾਪ ਪਤਾ ਹੈ ਤੇ ਅਸੀਂ ਉਹਦਾ ਛਾਤੀ ਦਾ 12ਵਾਂ ਹਿੱਸਾ ਕਰ ਦਿੰਦੇ ਹਾਂ ਤੇ ਅਸੀਂ ਉਹਦਾ ਗਲੇ ਦਾ ਮਾਪ ਕੱਢ ਦਿੰਦੇ ਹਾਂ। ਹੁਣ ਮੋਢੇ ਦਾ ਮਾਪ ਜਦੋਂ ਕੱਢਦੇ ਹਾਂ ਤੇ ਛਾਤੀ ਦਾ ਚੌਥਾ ਹਿੱਸਾ -2.5 ਸੈਂਟੀਮੀਟਰ ਜਦੋਂ ਕਰਦੇ ਹਾਂ ਤੇ ਸਾਡਾ ਮੋਢੇ ਦੀ ਲੰਬਾਈ ਦਾ ਮਾਪ ਜਿਹੜਾ ਆ ਜਾਂਦਾ ਹੈ। ਕੰਸੀਡਰੇਸ਼ਨ ਵਾਈਲ ਟੇਕਿੰਗ ਬੋਡੀ ਮੇਜਰਮੈਂਟਸ। ਜਦੋਂ ਅਸੀਂ ਕਿਸੇ ਬੋਡੀ ਦਾ ਮਾਪ ਲੈਣਾ ਹੈ ਤੇ ਸਾਨੂੰ ਕਿਹੜੇ ਪੁਆਇੰਟਸ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਨੇ। ਗੁਲਾਈ ਦੇ ਨਾਪ ਨਾ ਹੀ ਬਹੁਤ ਕੱਸ ਕੇ ਲੈਣੇ ਚਾਹੀਦੇ ਹਨ ਅਤੇ ਨਾ ਹੀ ਬਹੁਤ ਲੂਜ਼ ਲੈਣੇ ਚਾਹੀਦੇ ਹਨ। ਮਤਲਬ ਬਹੁਤ ਟਾਈਟਲੀ ਵੀ ਨਹੀਂ ਅਸੀਂ ਇੰਚੀ ਟੇਪ ਨੂੰ ਖਿੱਚ ਦੇਣਾ, ਨਾ ਬਹੁਤ ਉਹਦੇ ਵਿੱਚ ਜ਼ਿਆਦਾ ਜਿਹੜਾ ਲੂਜ਼ਨੈਸ ਵੀ ਨਹੀਂ ਪਾ ਦੇਣੀ। ਸਰੀਰ ਦਾ ਨਾਪ ਲੈਂਦੇ ਸਮੇਂ ਕੋਟ ਜਾਂ ਕਾਰਡੀਗਨ ਨੂੰ ਉਤਾਰ ਲੈਣਾ ਚਾਹੀਦਾ ਹੈ। ਜੇ ਕਿਸੇ ਦਾ ਅਸੀਂ ਮਾਪ ਲੈ ਰਹੇ ਹਾਂ, ਉਹਨੇ ਕੋਈ ਕੋਟ ਪਾਇਆ ਹੈ ਜਾਂ ਕੋਈ ਵੀ ਓਵਰ ਗਾਰਮੈਂਟ ਪਾਇਆ, ਉਹਨੂੰ ਲਾ ਲੈਣਾ ਚਾਹੀਦਾ ਹੈ, ਕਿਉਂਕਿ ਉਹਦੇ ਨਾਲ ਉਹਦੀ ਫੁਲਾਵਟ ਬਣ ਜਾਂਦੀ ਹੈ ਤੇ ਗੁਲਾਈ ਦੇ ਮਾਪ ਜ਼ਿਆਦਾ ਆ ਜਾਂਦੇ ਨੇ। ਚੰਗੀ ਕੁਆਲਿਟੀ ਅਤੇ ਸਟੈਂਡਰਡ ਮਾਪਣ ਵਾਲੀ ਟੇਪ ਦੀ ਵਰਤੋਂ ਕਰਨੀ ਚਾਹੀਦੀ ਹੈ। ਕੁਆਲਿਟੀ ਜਿਹਦੀ ਚੰਗੀ ਹੋਏ ਇਹੋ ਜਿਹਾ ਮੈਜਰਿੰਗ ਟੇਪ ਲੈਣਾ ਚਾਹੀਦਾ ਹੈ, ਜਿਹਦੀ ਸਟੈਂਡਰਡ ਮਾਰਕੀਟ ਦੇ ਵਿੱਚ ਸਟੈਂਡਰਡ ਕੁਆਲਿਟੀ ਹੋਏ ਉਹੀ ਲੈਣੀ ਚਾਹੀਦੀ ਹੈ। ਨਾਪ ਲੈਣ ਸਮੇਂ ਵਿਅਕਤੀ ਦਾ ਸਿੱਧਾ ਖੜਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਅਸੀਂ ਕਿਸੇ ਇਨਸਾਨ ਦਾ ਨਾਪ ਲੈਂਦੇ ਹਾਂ ਤੇ ਉਹਨੂੰ ਸਿੱਧਾ ਖੜਾ ਹੋਣਾ ਉਹਦਾ ਬਹੁਤ ਜ਼ਰੂਰੀ ਹੈ। ਇਰੈਕਟ ਪੋਜੀਸ਼ਨ ਦੇ ਵਿੱਚੋਂ ਖੜਾ ਹੋਣਾ ਚਾਹੀਦਾ ਹੈ ਤਾਂ ਕਿ ਮਾਪ ਲੈਣ ਦੇ ਵਿੱਚ ਕੋਈ ਗੜਬੜ ਨਾ ਹੋ ਸਕੇ। ਸਹੀ ਨਾਪ ਲੈਣ ਤੋਂ ਬਾਅਦ ਡਰਾਫਟ ਸਹੀ ਗਣਿਤ ਲਗਾ ਕੇ ਕਰਨਾ ਚਾਹੀਦਾ ਹੈ। ਹੁਣ ਦੇਖੋ ਅਸੀਂ ਮਾਪ ਬਿਲਕੁਲ ਸਹੀ ਲੈ ਲਿਆ ਬਟ ਅਸੀਂ ਫਾਰਮੂਲੇ ਲਗਾਉਣ ਵਾਲੇ, ਕੈਲਕੂਲੇਸ਼ਨ ਕਰਨ ਵਾਲੇ ਕੋਈ ਗਲਤੀ ਕਰ ਦਿੰਦੇ ਹਾਂ ਤੇ ਉਹਦਾ ਅਸਰ ਫੇਰ ਸਾਡੀ ਫਿਟਿੰਗ ਤੇ, ਸਾਡੇ ਡਰਾਫਟ ਤੇ ਵੀ ਪਏਗਾ, ਸਾਡੀ ਕਟਿੰਗ ਤੇ ਪਏਗਾ। ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਜੇ ਅਸੀਂ ਮਾਪ ਸਹੀ ਲੈ ਲਿਆ ਤੇ ਅਸੀਂ ਜਿਹੜਾ ਵਾ ਗਣਿਤ ਵੀ ਸਹੀ ਲਗਾ ਰਹੇ ਹਾਂ। ਗਣਿਤ ਜਿਹੜਾ ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਲਗਾਉਣੀ ਹੈ ਉਹ ਬਿਲਕੁਲ ਸਹੀ ਹੋਣੀਆਂ ਚਾਹੀਦੀਆਂ, ਸਹੀ ਫਾਰਮੂਲੇ ਲਗਾਉਣੇ ਚਾਹੀਦੇ ਨੇ। ਇਹ ਡਰਾਫਟ ਕਾਗਜ਼ ਤੇ ਜਾਂ ਫੈਬਰਿਕ ਦੇ ਗਲਤ ਪਾਸੇ ਬਣਾਇਆ ਜਾ ਸਕਦਾ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਡਰਾਫਟ ਕਾਗਜ਼ ਉੱਪਰ ਤਿਆਰ ਕਰਨਾ ਹਮੇਸ਼ਾ ਬਿਹਤਰ ਹੈ। ਜਿਹੜੇ ਸ਼ੁਰੂਆਤੀ ਬੱਚੇ ਹਲੇ ਸਿੱਖਦੇ ਪਏ ਨੇ ਉਹਨਾਂ ਨੂੰ ਡਾਇਰੈਕਟ ਕੱਪੜੇ ਤੇ ਕੰਮ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਪਹਿਲੇ ਬਰਾਊਨ ਪੇਪਰ ਦੇ ਉੱਤੇ ਡਰਾਫਟ ਬਣਾਉਣਾ ਚਾਹੀਦਾ ਹੈ ਤਾਂ ਕਿ ਜੇ ਕੋਈ ਗਲਤੀ ਵੀ ਆਏ ਤੇ ਉਹਨੂੰ ਉਸੇ ਵੇਲੇ ਉਹ ਰੈਕਟੀਫਾਈ ਕਰ ਸਕਣ, ਨਹੀਂ ਤਾਂ ਬਿਲਕੁਲ ਨਵਾਂ ਜਿਹੜਾ ਕੱਪੜਾ ਹੋਏਗਾ ਉਹਨੂੰ ਖਰਾਬ ਕਰ ਦੇਣਗੇ। ਟੂਲਸ ਰਿਕੁਆਇਰਡ ਟੂ ਮੇਕ ਏ ਪੇਪਰ ਡਰਾਫਟ। ਹੁਣ ਪੇਪਰ ਡਰਾਫਟ ਬਣਾਉਣ ਵਾਸਤੇ ਸਾਨੂੰ ਜਿਹੜੇ ਲੋੜੀਂਦੇ ਔਜ਼ਾਰਾਂ ਦੀ ਲੋੜ ਹੈ ਡਰਾਫਟ ਪੇਟੀਕੋਟ ਦਾ ਬਣਾਉਣ ਵਾਸਤੇ। ਸਭ ਤੋਂ ਪਹਿਲੇ ਪਿਕਚਰ 'ਚ ਤੁਸੀਂ ਦੇਖ ਰਹੇ ਹੋਗੇ ਰੋਲ ਕੀਤਾ ਹੋਇਆ ਇੱਕ ਬਰਾਊਨ ਪੇਪਰ ਹੈ ਜਿਹਨੂੰ ਭੂਰਾ ਕਾਗਜ਼ ਕਿਹਾ ਜਾਂਦਾ ਹੈ। ਇੱਕ ਸਾਈਡ ਇਹਦੀ ਪਲੇਨ ਹੁੰਦੀ ਹੈ, ਇੱਕ ਸਾਈਡ ਖੁਰਦਰੀ ਹੁੰਦੀ ਹੈ। ਜਿਹੜੀ ਖੁਰਦਰੀ ਪਾਸਾ ਹੁੰਦਾ ਹੈ ਅਸੀਂ ਉੱਥੇ ਡਰਾਫਟ ਬਣਾਉਂਦੇ ਹਾਂ ਪੈਨਸਿਲ ਦੇ ਨਾਲ। ਪੈਨਸਿਲ ਨਾਲ ਜਦੋਂ ਅਸੀਂ ਡਰਾਫਟ ਬਣਾਉਂਦੇ, ਜੇ ਕੋਈ ਗਲਤੀ ਆ ਜਾਂਦੀ ਹੈ ਤੇ ਇਰੇਜ਼ਰ ਦੇ ਨਾਲ ਉਹਨੂੰ ਇਰੇਜ਼ ਕਰਕੇ ਅਸੀਂ ਰੈਕਟੀਫਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਨੈਕਸਟ ਇਮੇਜ ਹੈ ਸਾਡੀ ਉਹ ਕੈਂਚੀ ਦੀ ਇਮੇਜ ਹੈ। ਇਹ ਜਿਹੜੀ ਕੈਂਚੀ ਡਰਾਫਟ ਬਣਾਉਣ ਵਾਸਤੇ, ਡਰਾਫਟ ਦੀ ਕਟਿੰਗ ਕਰਨ ਵਾਸਤੇ, ਪੈਟਰਨ ਕਟਿੰਗ ਕਰਨ ਵਾਸਤੇ ਕੀਤੀ ਜਾਂਦੀ ਹੈ। ਜਿਹੜੀ ਲਿੱਤੀ ਜਾਂਦੀ ਹੈ ਉਹ ਕੈਂਚੀ ਕੱਪੜੇ ਦੀ ਕੈਂਚੀ ਤੋਂ ਵੱਖ ਰੱਖਣੀ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਕੱਪੜੇ ਦੀ ਕੈਂਚੀ ਨਾਲ ਕਾਗਜ਼ ਕੱਟਦੇ ਹਾਂ ਤੇ ਕੱਪੜੇ ਦੀ ਕੈਂਚੀ ਦੇ ਦੰਦੇ ਖਰਾਬ ਹੋ ਜਾਂਦੇ ਨੇ। ਇੰਚੀ ਟੇਪ ਨਾਪ ਲੈਣ ਵਾਲਾ ਫੀਤਾ 60 ਇੰਚ ਦਾ ਜਾਂ 150 ਸੈਂਟੀਮੀਟਰ ਲੰਬਾ ਹੁੰਦਾ ਹੈ। ਪੁਰਾਣੀ ਟੇਪ ਜੋ ਆਕੜ ਗਈ ਹੈ ਹੋਵੇ ਜਾਂ ਫੈਲ ਗਈ ਹੋਵੇ ਉਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਰੂਲਰ ਪਲਾਸਟਿਕ ਦਾ ਜਾਂ ਪਾਰਦਰਸ਼ੀ ਰੂਲਰ ਜਿਹਨੂੰ ਅਸੀਂ ਸਕੇਲ ਕਹਿੰਦੇ ਹਾਂ ਪ੍ਰਯੋਗ ਕਰਨਾ ਚਾਹੀਦਾ ਹੈ। ਆਮ ਤੌਰ ਤੇ 12 ਇੰਚ ਦਾ ਜਾਂ 36 ਇੰਚ ਦਾ ਰੂਲਰ ਜਿਹੜਾ ਵਾ ਪ੍ਰਯੋਗ ਕੀਤਾ ਜਾਂਦਾ ਹੈ ਡਰਾਫਟਿੰਗ ਦੇ ਵਿੱਚ। ਉਸ ਤੋਂ ਬਾਅਦ ਹੈ ਟੇਲਰ ਸਕੇਅਰ। ਇਹ 24x14 ਇੰਚ ਦਾ ਰੂਲਰ ਹੈ। ਇਸ ਦੀਆਂ ਦੋ ਬਾਹਾਂ ਇੱਕ ਦੂਸਰੇ ਨਾਲ 90 ਡਿਗਰੀ ਦਾ ਕੋਣ ਬਣਾਉਂਦੀਆਂ ਹਨ। ਇਸ ਦੇ ਪ੍ਰਯੋਗ ਨਾਲ ਲੰਬਾਈ ਅਤੇ ਚੌੜਾਈ ਦੀਆਂ ਰੇਖਾਵਾਂ ਪੂਰੇ 90 ਡਿਗਰੀ ਦੇ ਕੋਣ ਉੱਤੇ ਬਣਾਈਆਂ ਜਾ ਸਕਦੀਆਂ ਹਨ। ਟੇਲਰ ਸਕੇਅਰ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ। ਕੱਪੜੇ ਦੀ ਕਾਣ ਕੱਢਣੀ ਹੋਏ ਤਦ ਵੀ ਅਸੀਂ ਟੇਲਰ ਸਕੇਅਰ ਦਾ ਇਸਤੇਮਾਲ ਕਰਦੇ ਹਾਂ। ਕਿਤੇ ਅਸੀਂ ਮਾਪ ਲਗਾਉਣੇ ਹੋਣ ਤੇ ਸਿੱਧੀਆਂ ਲਾਈਨਾਂ ਲਾਉਣੀਆਂ ਹੋਣ 90 ਡਿਗਰੀ ਦੇ ਕੋਣ ਤੇ ਤਾਂ ਵੀ ਅਸੀਂ ਟੇਲਰ ਸਕੇਅਰ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਾਂ।
ਉਸ ਤੋਂ ਬਾਅਦ ਹੈ ਫ੍ਰੈਂਚ ਕਰਵ। ਫ੍ਰੈਂਚ ਕਰਵ ਜਿਹੜਾ ਹੁੰਦਾ ਹੈ ਇਹ ਗਲੇ ਦੀ ਗੋਲਾਈ, ਮੋਢੇ ਦੀ ਗੋਲਾਈ, ਕਮਰ ਦੇ ਵਿੱਚ ਗੋਲਾਈ ਨੂੰ ਪਾਉਣ ਵਾਸਤੇ ਬਣਿਆ ਹੈ। ਉਹਦੇ ਨਾਲ ਇਹਦੇ ਨਾਲ ਸ਼ੇਪ ਬਹੁਤ ਅੱਛੀ ਆ ਜਾਂਦੀ ਹੈ, ਗੋਲਾਈਆਂ ਪਰਫੈਕਟ ਆਉਂਦੀਆਂ ਨੇ। ਜਿਨ੍ਹਾਂ ਨੂੰ ਫ੍ਰੈਂਚ ਕਰਵ ਦੀ ਵਰਤੋਂ ਕਰਨੀ ਆਉਂਦੀ ਹੈ ਉਹ ਇਹਦਾ ਵੱਧ ਤੋਂ ਵੱਧ ਇਸਤੇਮਾਲ ਕਰ ਸਕਦੇ ਹੈ। ਟ੍ਰੇਸਿੰਗ ਵੀਲ, ਉਸ ਤੋਂ ਬਾਅਦ ਤੁਸੀਂ ਇਹ ਲਾਲ ਡੰਡੀ ਵਾਲਾ ਇੱਕ ਤੁਸੀਂ ਟੂਲ ਦੇਖ ਰਹੇ ਹੋ ਜਿਹਦੇ ਅੱਗੇ ਸਰਕਲ ਜਿਹਾ ਬਣਿਆ ਹੋਇਆ ਹੈ, ਇਹਨੂੰ ਟ੍ਰੇਸਿੰਗ ਵੀਲ ਕਹਿੰਦੇ ਆ। ਟ੍ਰੇਸਿੰਗ ਵੀਲ ਦਾ ਮੇਨ ਕੰਮ ਕੀ ਹੁੰਦਾ ਹੈ ਕਿ ਜਿਹੜਾ ਕੱਪੜੇ ਤੇ ਜਿਸ ਤਰ੍ਹਾਂ ਡਾਰਟਸ ਹੈ ਉਹਨੂੰ ਅਸੀਂ ਸਾਰੇ ਕੱਪੜਿਆਂ ਦੇ ਹਿੱਸਿਆਂ ਦੇ ਉੱਤੇ ਅਸੀਂ ਪਾਉਣਾ ਚਾਹੁੰਦੇ ਹਾਂ, ਤੇ ਥੱਲੇ ਅਸੀਂ ਕੀ ਕਰਦੇ ਹਾਂ, ਇੱਕ ਲੇਅਰ ਜਿਹਦੇ ਉੱਤੇ ਮਾਰਕਿੰਗ ਕੀਤੀ ਗਈ ਆ ਉਹਦੇ ਹੇਠਾਂ ਅਸੀਂ ਕਾਰਬਨ ਪੇਪਰ ਰੱਖ ਦਿੰਦੇ ਹਾਂ, ਉਸਦੇ ਹੇਠਾਂ ਫਿਰ ਇੱਕ ਕਾਰਬਨ ਪੇਪਰ ਰੱਖ ਦਿੰਦੇ ਹਾਂ, ਉੱਤੋਂ ਅਸੀਂ ਟ੍ਰੇਸਿੰਗ ਵੀਲ ਚਲਾ ਦਿੰਦੇ ਹਾਂ। ਉਹਦਾ ਜਿਹੜਾ ਦੰਦੇਦਾਰ ਵਾਲਾ ਪਾਸਾ ਹੁੰਦਾ ਹੈ ਉਹ ਜਿਹੜੇ ਵੀ ਮਾਰਕਸ ਹੁੰਦੇ ਆ ਉਹ ਨੀਚੇ ਤੱਕ ਜਿਹੜਾ ਵੈ ਕਾਰਬਨ ਪੇਪਰ ਦੀ ਮਦਦ ਨਾਲ ਟ੍ਰੇਸ ਕਰ ਦਿੰਦਾ ਹੈ। ਪਿੰਸ ਕਾਦੇ ਵਾਸਤੇ ਯੂਜ਼ ਕੀਤੀਆਂ ਜਾਂਦੀਆਂ? ਪਿੰਨ ਸਾਡਾ ਸਭ ਤੋਂ ਜ਼ਰੂਰੀ ਐਲੀਮੈਂਟ ਹੈ। ਜੇ ਪਿੰਸ ਨਾ ਹੋਣ ਤੇ ਕਈ ਵਾਰੀ ਸਾਨੂੰ ਕੱਪੜਾ ਹੈਂਡਲ ਕਰਨ ਦੇ ਵਿੱਚ ਜਾਂ ਪੈਟਰਨ ਦਾ ਪੇਪਰ ਚੌੜਾ ਹੋਣ ਕਰਕੇ ਹੈਂਡਲ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ। ਪਿੰਸ ਦੇ ਨਾਲ ਅਸੀਂ ਉਹਨੂੰ ਕੱਪੜੇ ਨੂੰ ਟਿਕਾ ਕੇ ਰੱਖ ਸਕਦੇ ਹਾਂ। ਮਕੈਨੀਕਲ ਪੈਨਸਿਲ ਇੱਥੇ ਮੈਂ ਬਹੁਤ ਜ਼ਰੂਰੀ ਸਮਝਦੀ ਹਾਂ। ਮਕੈਨੀਕਲ ਪੈਨਸਿਲ ਜਿਹੜੀ ਹੁੰਦੀ ਹੈ ਉਹ ਬਰੀਕ ਪੈਨਸਿਲ, ਲੈਡ ਵਾਲੀ ਪੈਨਸਿਲ ਹੁੰਦੀ, ਸਿੱਕਾ ਦਾ ਬਹੁਤ ਬਰੀਕ ਹੁੰਦਾ ਹੈ। ਅਸੀਂ ਉਹ ਪੈਨਸਿਲ ਇਸ ਵਾਸਤੇ ਯੂਜ਼ ਕਰਦੇ ਹਾਂ ਕਿਉਂਕਿ ਜਦੋਂ ਵੀ ਅਸੀਂ ਮਾਪ ਲੈਂਦੇ ਹਾਂ ਕਈ ਵਾਰ ਸਾਨੂੰ ਮਾਰਕਿੰਗ ਦੇ ਵਿੱਚ ਜਦੋਂ ਅਸੀਂ ਪੈਨਸਿਲ ਯੂਜ਼ ਕਰਦੇ ਹਾਂ ਤੇ ਮੋਟੀ ਪੈਨਸਿਲ ਯੂਜ਼ ਕਰਦੇ ਨੇ, ਜਿਹਦੇ ਕਾਰਨ ਮੇਜਰਮੈਂਟ ਦੇ ਵਿੱਚ 2-2, 3-3 ਪੁਆਇੰਟਸ ਦਾ ਫਰਕ ਪੈ ਜਾਂਦਾ ਹੈ। ਡਰਾਫਟਿੰਗ ਟੇਬਲ ਇਹ ਮੇਜ਼ 1.5 ਮੀਟਰ ਲੰਬੀ, 70 ਸੈਂਟੀਮੀਟਰ ਚੌੜੀ ਅਤੇ 90 ਸੈਂਟੀਮੀਟਰ ਉੱਚੀ ਹੋਣੀ ਚਾਹੀਦੀ ਹੈ। ਇਸ ਮੇਜ਼ ਦੀ ਉੱਪਰੀ ਸਤਹ ਸਮਤਲ ਅਤੇ ਮੁਲਾਇਮ ਹੋਣੀ ਚਾਹੀਦੀ ਹੈ। ਜੇਕਰ ਇਹ ਮੇਜ਼ ਨਾ ਹੋਵੇ ਤਾਂ ਕੋਈ ਵੀ ਮੇਜ਼ ਤਕਰੀਬਨ ਇਸੇ ਨਾਪ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਸੋ ਇਹ ਸੀ ਸਾਡੇ ਡਰਾਫਟਿੰਗ ਟੂਲਸ ਜਿਹੜੇ ਪੇਟੀਕੋਟ ਨੂੰ ਡਰਾਫਟ ਕਰਨ ਵਾਸਤੇ ਇਸਤੇਮਾਲ ਕੀਤੇ ਜਾਣਗੇ। ਹੁਣ ਅਸੀਂ ਪੇਟੀਕੋਟ ਦੀ ਇੰਟਰੋਡਕਸ਼ਨ ਸਮਝਣ ਆ ਰਹੇ ਹਾਂ ਕਿ ਪੇਟੀਕੋਟ ਹੁੰਦਾ ਕੀ ਹੈ। ਇਹ ਇਸਤਰੀਆਂ ਦਾ ਲੋਅਰ ਬੋਡੀ ਗਾਰਮੈਂਟ ਹੈ। ਇਸ ਨੂੰ ਸਾੜੀ ਦੇ ਨਾਲ ਪਹਿਨਿਆ ਜਾਂਦਾ ਹੈ, ਸਾੜੀ ਦੇ ਨਾਲ ਮੈਚ ਕਰਕੇ ਬਣਾਇਆ ਜਾਂਦਾ ਹੈ। ਸਟਾਈਲ ਫੀਚਰਸ, ਇਹਦੀ ਜਿਹੜੀ ਖਾਸੀਅਤ ਹੈ, ਪੇਟੀਕੋਟ ਵਿੱਚ 4 ਕਲੀਆਂ ਜਾਂ 6 ਕਲੀਆਂ ਹੁੰਦੀਆਂ ਹਨ। ਕਈ ਵਾਰ ਫਿਟਿੰਗ ਵਾਲਾ ਪੇਟੀਕੋਟ ਵੀ ਬਣਾਇਆ ਜਾਂਦਾ ਹੈ। ਸੂਟੇਬਲ ਮਟੀਰੀਅਲ, ਇਹਦੇ ਵਾਸਤੇ ਜਿਹੜਾ ਸਹੀ ਕੱਪੜਾ ਜਿਹਦੀ ਚੋਣ ਅਸੀਂ ਕਰਨੀ ਹੈ ਉਹ ਕਿਹੜਾ ਹੋ ਸਕਦਾ ਹੈ? ਇਹ ਮੋਟੇ ਕੱਪੜੇ ਜਿਵੇਂ ਖੱਦਰ, ਪਾਪਲਿਨ, ਟੈਰੀਕੋਟ ਆਦਿ ਦਾ ਬਣਾਇਆ ਜਾਂਦਾ ਹੈ। ਐਸਟੀਮੇਸ਼ਨ ਆਫ ਕਲੋਥ, ਅਸੀਂ ਹੁਣ ਜਦੋਂ ਮਾਰਕੀਟ ਚੋਂ ਕੱਪੜਾ ਪਰਚੇਸ ਕਰਨਾ ਹੈ ਤੇ ਉਹਦਾ ਅਨੁਮਾਨ ਕਿੱਦਾਂ ਲਗਾਵਾਂਗੇ ਕੱਪੜੇ ਦਾ ਕਿ ਕਿੰਨਾ ਅਸੀਂ ਲੈ ਕੇ ਆਉਣਾ ਮਾਰਕੀਟ ਤੋਂ? ਕਿਸੇ ਵੀ ਨਾਪ ਦੇ ਪੇਟੀਕੋਟ ਲਈ 2 ਲੰਬਾਈਆਂ ਪਲੱਸ ਟਰਨਿੰਗ ਦੀ ਲੋੜ ਹੈ। 2 ਲੰਬਾਈਆਂ, ਜਿਸ ਤਰ੍ਹਾਂ ਹੁਣ ਲੰਬਾਈ 100 ਸੈਂਟੀਮੀਟਰ ਹੈ ਕਿਸੇ ਦੀ, ਉਹਨੂੰ 2 ਨਾਲ ਮਲਟੀਪਲਾਈ ਕਰ ਦਾਂਗੇ ਤੇ 200 ਆ ਜਾਏਗਾ। ਪਲੱਸ ਟਰਨਿੰਗ ਦੀ ਲੋੜ ਹੈ। ਟਰਨਿੰਗ ਜੇ ਅਸੀਂ 10 ਇੰਚ ਦੀ ਲਿੱਤੀ ਹੈ ਤੇ 10 ਇੰਚ ਅਸੀਂ ਉਹਦੇ ਵਿੱਚ ਐਡ ਕਰ ਦਾਂਗੇ। 10 ਇੰਚ ਜ਼ਿਆਦਾ ਹੈ, 10 ਸੈਂਟੀਮੀਟਰ ਲਿੱਤੀ ਹੈ ਤੇ ਅਸੀਂ 10 ਸੈਂਟੀਮੀਟਰ ਨੂੰ ਐਡ ਕਰ ਦਾਂਗੇ। ਜਿਹੜੀ ਲੰਬਾਈ ਨਿਕਲੇਗੀ ਉਨਾ ਲੰਬਾ ਕੱਪੜਾ ਸਾਨੂੰ ਪੇਟੀਕੋਟ ਬਣਾਉਣ ਲਈ ਚਾਹੀਦਾ ਹੋਵੇਗਾ। ਟਾਈਪਸ ਆਫ ਪੇਟੀਕੋਟਸ, ਹੁਣ ਜਿਹੜੇ ਮੇਨ ਪੇਟੀਕੋਟਸ ਦੇ ਕਿਹੜੇ ਟਾਈਪਸ ਨੇ? 4 ਕਲੀਆਂ ਵਾਲਾ ਪੇਟੀਕੋਟ, 4 ਪੈਨਲ ਪੇਟੀਕੋਟ, 6 ਕਲੀਆਂ ਵਾਲਾ ਪੇਟੀਕੋਟ, 6 ਪੈਨਲ ਪੇਟੀਕੋਟ। Measurements required for 4 ਪੈਨਲ ਪੇਟੀਕੋਟ। 4 ਪੈਨਲ ਪੇਟੀਕੋਟ ਬਣਾਉਣ ਲਈ ਸਾਨੂੰ ਜ਼ਰੂਰੀ ਨਾਪ ਕਿਹੜੇ ਚਾਹੀਦੇ ਨੇ? ਕੁੱਲ ਲੰਬਾਈ ਸਾਨੂੰ ਚਾਹੀਦੀ 100 ਸੈਂਟੀਮੀਟਰ। ਹਿਪ ਤੱਕ ਦੀ ਲੰਬਾਈ ਚਾਹੀਦੀ ਹੈ, ਹਿਪ ਤੱਕ ਸਾਨੂੰ ਹਿਪ ਦੀ ਗੋਲਾਈ ਚਾਹੀਦੀ ਹੈ 96 ਸੈਂਟੀਮੀਟਰ। ਬੈਲਟ ਦੀ ਲੰਬਾਈ ਚਾਹੀਦੀ ਹੈ 4 ਸੈਂਟੀਮੀਟਰ। ਫ੍ਰਿਲ ਦੀ ਲੰਬਾਈ ਚਾਹੀਦੀ ਹੈ 5 ਸੈਂਟੀਮੀਟਰ। ਇਹ ਸਾਡਾ ਸੀ ਜ਼ਰੂਰੀ ਨਾਪ। ਤੁਸੀਂ ਇਮੇਜ ਦੇ ਵਿੱਚ ਪੇਟੀਕੋਟ ਦੇਖ ਰਹੇ ਹੋ ਕਿ ਨੀਚੇ ਫ੍ਰਿਲ ਲੱਗੀ ਹੋਈ ਹੈ। ਡਰਾਫਟਿੰਗ ਇੰਸਟਰਕਸ਼ਨ ਫॉर 4 ਪੈਨਲ ਪੇਟੀਕੋਟ, 4 ਕਲੀਆਂ ਵਾਲੇ ਪੇਟੀਕੋਟ ਦੀ ਡਰਾਫਟਿੰਗ ਇੰਸਟਰਕਸ਼ਨਸ ਇਸ ਤਰ੍ਹਾਂ ਨੇ। ਸਭ ਤੋਂ ਪਹਿਲੇ ਦੇਖੋ 0 ਤੋਂ 1 ਕੁੱਲ ਲੰਬਾਈ ਮਾਈਨਸ ਬੈਲਟ ਦੀ ਲੰਬਾਈ ਮਾਈਨਸ ਫ੍ਰਿਲ ਦੀ ਲੰਬਾਈ ਆਉਂਦੀ ਹੈ। ਕੁੱਲ ਲੰਬਾਈ ਸਾਡੀ 100 ਸੈਂਟੀਮੀਟਰ ਹੈ। ਉਹਦੇ ਵਿੱਚੋਂ ਜਦੋਂ 4 ਸੈਂਟੀਮੀਟਰ ਬੈਲਟ ਲੈਸ ਕਰਾਂਗੇ ਤੇ 5 ਸੈਂਟੀਮੀਟਰ ਫਿਰ ਫ੍ਰਿਲ ਲੈਸ ਕਰਾਂਗੇ ਤੇ ਸਾਡਾ 91 ਸੈਂਟੀਮੀਟਰ ਆ ਜਾਏਗਾ। 0 ਤੋਂ 2 is equal to ਹਿਪ ਗੁਣਾ 3 divided by 4 plus 7 ਸੈਂਟੀਮੀਟਰ। ਹੁਣ ਹਿਪ ਨੂੰ 3 ਨਾਲ ਗੁਣਾ ਕਰਨ ਨੂੰ ਕਿਹਾ ਗਿਆ ਹੈ। ਹਿਪ ਸਾਡੀ ਹੈਗੀ ਹੈ 96 ਸੈਂਟੀਮੀਟਰ। ਜਦੋਂ 3 ਨਾਲ ਅਸੀਂ ਗੁਣਾ ਕਰਾਂਗੇ 288 ਸੈਂਟੀਮੀਟਰ ਆ ਜਾਏਗਾ। ਉਹਨੂੰ ਫਿਰ ਅਸੀਂ 4 ਨਾਲ ਡਿਵਾਈਡ ਕਰ ਦੇਣਾ। ਜੇ ਅਸੀਂ ਪ੍ਰੋਪਰ ਫਿਟਿੰਗ ਵਾਲਾ ਪੇਟੀਕੋਟ ਬਣਾਉਣਾ ਤੇ ਸਾਨੂੰ ਇਹ ਫਾਰਮੂਲਾ ਲਗਾਉਣਾ ਹੀ ਪਏਗਾ। ਪਲੱਸ 7 ਸੈਂਟੀਮੀਟਰ ਜਦੋਂ ਐਡ ਕਰਾਂਗੇ, ਸਾਰੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਸਾਡਾ 79 ਸੈਂਟੀਮੀਟਰ ਅਮਾਊਂਟ ਆ ਜਾਏਗਾ। ਇਹ ਅਸੀਂ 0 ਤੋਂ 2 ਲਵਾਂਗੇ। 2 ਤੋਂ 3 ਦੇਖੋ ਫਿਗਰ 'ਚ ਦੇਖੋ, 2 ਤੋਂ 3 0 ਤੋਂ 1 ਦੇ ਬਰਾਬਰ, 1 ਤੋਂ 3 0 ਤੋਂ 2 ਦੇ ਬਰਾਬਰ।
0 ਤੋਂ 4 3 ਤੋਂ 5 ਇਜ਼ ਇਕੁਅਲ ਟੂ ਹਿਪ ਦਾ ਚੌਥਾ ਹਿੱਸਾ। 0 ਤੋਂ 4 ਜਿਹੜਾ ਕਮਰ ਵਾਸਤੇ ਲਿੱਤਾ ਹੈ ਤੇ 3 ਤੋਂ 5 ਜਿਹੜਾ ਅਸੀਂ ਕਮਰ ਵਾਸਤੇ ਲਿੱਤਾ ਵਾ ਹਿਪ ਦਾ ਚੌਥਾ ਹਿੱਸਾ ਪਲੱਸ 2 ਸੈਂਟੀਮੀਟਰ ਹੈ। ਹਿਪ ਸਾਡੀ ਹੈਗੀ ਹੈ 24 ਸੈਂਟੀਮੀਟਰ। ਇਹਦਾ ਜਦੋਂ ਚੌਥਾ ਹਿੱਸਾ ਕੱਢਦੇ ਆ ਤੇ 24 ਸੈਂਟੀਮੀਟਰ ਆਉਂਦਾ ਵਾ। ਉਹਦੇ ਵਿੱਚ ਜਦੋਂ ਅਸੀਂ 2 ਸੈਂਟੀਮੀਟਰ ਐਡ ਕਰਦੇ ਆ ਤੇ ਸਾਡਾ 26 ਸੈਂਟੀਮੀਟਰ ਆ ਜਾਂਦਾ ਹੈ। 0 ਤੋਂ 6 3 ਤੋਂ 7 3 ਸੈਂਟੀਮੀਟਰ ਦੇ ਬਰਾਬਰ। ਹੁਣ ਜਿਹੜੀ ਕਮਰ ਦੀ ਸ਼ੇਪ ਦੇਣ ਵਾਸਤੇ ਅਸੀਂ ਜਿਹੜੀ ਮਾਰਕਿੰਗ ਕੀਤੀ ਹੈ 0 ਤੋਂ 6 3 ਤੋਂ 7 ਜਿਹੜੀ ਅਸੀਂ ਲਿੱਤੀ ਹੈ 3 ਸੈਂਟੀਮੀਟਰ ਲਿੱਤੀ ਹੈ। ਇਹ ਕਮਰ ਦੀ ਸ਼ੇਪ ਪਏਗੀ। 0 ਤੋਂ 8 0 ਤੋਂ 4 ਦੇ ਬਰਾਬਰ। 0 ਤੋਂ 8 0 ਤੋਂ 4 ਦੇ ਬਰਾਬਰ। ਇਹ ਅਸੀਂ ਮਿਡ ਲਿੱਤਾ ਹੈ। 0 ਨੂੰ 4 0 ਤੋਂ 4 ਸਾਨੂੰ ਮਾਪ ਪਤਾ ਹੈ, ਅਸੀਂ ਪਿੱਛੇ ਕੱਢਿਆ ਵਾ। ਉਹਨੂੰ ਜਦੋਂ ਅਸੀਂ ਹਾਫ ਚ ਡਿਵਾਈਡ ਕਰਾਂਗੇ ਤੇ 8 ਪੁਆਇੰਟ ਆ ਜਾਏਗਾ। ਅਸੀਂ ਉੱਥੇ 8 ਪੁਆਇੰਟ ਜਿਹੜਾ ਵਾ ਉਹਦਾ ਹਾਫ ਕਰ ਦੇਵਾਂਗੇ। 3 ਤੋਂ 9 3 ਤੋਂ 5 ਦਾ ਮਾਪ ਦਾ ਅੱਧ। ਐਸੀ ਤਰ੍ਹਾਂ ਹੀ ਜਿਹੜੀ ਦੂਸਰੀ ਸਾਈਡ ਦੀ ਕਮਰ ਹੈ 3 ਤੋਂ 5 ਦਾ ਅਸੀਂ ਮਾਪ ਲਵਾਂਗੇ, ਉਹ ਅਸੀਂ ਕੱਢਿਆ ਵਾ। ਉਹਦਾ ਅਸੀਂ ਅੱਧ ਜਦੋਂ ਕਰਾਂਗੇ ਉਹਨੂੰ 9 ਨਾਮ ਦੇ ਦੇਵਾਂਗੇ। 6 ਤੋਂ 10 ਹੁਣ ਧਿਆਨ ਨਾਲ ਦੇਖੋ। 6 ਜਿਹੜੀ ਅਸੀਂ ਕਮਰ ਦੀ ਸ਼ੇਪ ਪਾਈ ਸੀ 6 ਤੋਂ 10 4 ਤੋਂ 11 ਬਿਲਕੁਲ ਸਾਹਮਣੇ ਲਾਈਨ ਦੇ ਉੱਤੇ 4 ਤੋਂ 11 ਪੁਆਇੰਟ ਹੈ। 6 ਤੋਂ 10 4 ਤੋਂ 11 ਦੇ ਬਰਾਬਰ। ਹਿਪ ਦਾ 8ਵਾਂ ਹਿੱਸਾ। ਹਿਪ ਦਾ 8ਵਾਂ ਹਿੱਸਾ ਹਿਪ ਸੀ ਸਾਡੀ 96 ਸੈਂਟੀਮੀਟਰ। ਇਹਦਾ ਜਦੋਂ 8ਵਾਂ ਹਿੱਸਾ ਕੱਢਿਆ ਤੇ ਸਾਡਾ ਆ ਗਿਆ 12 ਸੈਂਟੀਮੀਟਰ। 7 ਤੋਂ 12 5 ਤੋਂ 13 ਦੇ ਬਰਾਬਰ। 7 ਤੋਂ 12 ਐਸੀ ਤਰ੍ਹਾਂ ਹੀ ਜਿਸ ਤਰ੍ਹਾਂ ਉਧਰ ਵਾਲੀ ਸਾਈਡ ਦਾ ਕੱਢਿਆ ਹੈ ਐਸੀ ਤਰ੍ਹਾਂ ਹੀ ਨੀਚੋਂ 7 ਤੋਂ 12 5 ਤੋਂ 13 ਤੱਕ ਲੈਣਾ ਮੈਂ। ਇਹ ਵੀ ਅਸੀਂ ਹਿਪ ਦਾ 8ਵਾਂ ਹਿੱਸਾ ਲੈਣਾ ਹੈ। ਹਿਪ ਦਾ 8ਵਾਂ ਹਿੱਸਾ ਕੀ ਸੀ ਸਾਡਾ 12 ਸੈਂਟੀਮੀਟਰ ਕੱਢ ਕੇ ਆਇਆ ਤੇ ਅਸੀਂ 12 ਸੈਂਟੀਮੀਟਰ ਲੈਣਾ। ਉਸ ਤੋਂ ਬਾਅਦ 11 ਤੋਂ 14 14 ਤੋਂ 10 11 ਤੋਂ 14 ਜਿਹੜਾ ਹੈਗਾ ਵੈ 10 ਤੋਂ 11 ਦਾ ਮਾਪ ਲੈ ਲੈਣਾ ਹੈ। ਜਿਹੜਾ 11 ਪੁਆਇੰਟ ਪਹਿਲੇ ਲਿੱਤਾ ਸੀ ਸਾਡਾ ਤੇ 10 ਪੁਆਇੰਟ ਆਇਆ ਸੀ ਉਹਨੂੰ ਸਿੱਧੀ ਰੇਖਾ 'ਚ ਮਿਲਾ ਕੇ ਟੇਢੀ ਰੇਖਾ 'ਚ ਮਿਲਾ ਕੇ ਉਹਦਾ ਅੱਧ ਕੱਢਣਾ ਤੇ ਉਹਨੂੰ 14 ਨਾਮ ਦੇ ਦੇਣਾ ਹੀ। ਐਸੀ ਤਰ੍ਹਾਂ ਹੀ ਅਸੀਂ 12 13 ਨੂੰ ਮਿਲਾ ਕੇ ਉਹਦਾ ਅੱਧ ਕੱਢਣਾ ਤੇ ਉਹਨੂੰ 15 ਨਾਮ ਦੇ ਦੇਣਾ ਹੈ। 8 ਤੋਂ 16 9 ਤੋਂ 17 ਦੇ ਬਰਾਬਰ 9 ਤੋਂ 17 ਦੇ ਬਰਾਬਰ 2 ਸੈਂਟੀਮੀਟਰ। ਹੁਣ ਦੇਖੋ ਜਿਹੜਾ 8 ਪੁਆਇੰਟ ਹੈ 8 ਤੋਂ ਥੱਲੇ ਜਿਹੜੀ ਅਸੀਂ ਕਮਰ ਦੀ ਸ਼ੇਪ ਪਾਈ ਹੈ ਉੱਥੇ ਅਸੀਂ 16 ਪੁਆਇੰਟ ਲਿੱਤਾ ਹੈ। 8 ਤੋਂ 16 ਐਸੀ ਤਰ੍ਹਾਂ ਹੀ ਦੂਸਰੀ ਸਾਈਡ ਤੇ 9 ਤੋਂ 17 ਅਸੀਂ ਲਿੱਤਾ ਵਾ 2 ਸੈਂਟੀਮੀਟਰ। 16 ਤੋਂ 18 16 ਤੋਂ 19 1 ਸੈਂਟੀਮੀਟਰ। ਹੁਣ 1 ਸੈਂਟੀਮੀਟਰ ਅਸੀਂ ਕੀ ਲਿੱਤਾ ਹੈ ਡਾਟ ਦੀ ਚੌੜਾਈ ਲਿੱਤੀ ਹੈ ਤੇ ਡਾਟ ਦੀ ਲੰਬਾਈ ਕਿੱਥੇ ਆ ਰਹੀ ਹੈ ਜਿੱਥੇ 14 ਪੁਆਇੰਟ ਮੀਟ ਕਰਦਾ ਪਿਆ ਹੈ ਅਸੀਂ ਇੱਕ ਡਾਟ ਬਣਾ ਦੇਣਾ ਹੈ। ਇਸੇ ਤਰ੍ਹਾਂ ਹੀ ਦੂਸਰੇ ਪਾਸੇ 17 ਤੋਂ 21 17 ਤੋਂ 20 17 ਤੋਂ 21 ਦੇ ਬਰਾਬਰ 1 ਸੈਂਟੀਮੀਟਰ ਲੈਣਾ ਹੈ ਡਾਟ ਦੀ ਚੌੜਾਈ ਤੇ 17 ਤੋਂ 15 ਸਾਡੀ ਡਾਟ ਦੀ ਲੰਬਾਈ ਹੈ। 4 ਤੋਂ 22 ਉਸ ਤੋਂ ਬਾਅਦ ਦੇਖੋ ਨੀਚੇ ਘੇਰਾ ਹੈ ਘੇਰੇ ਵੱਲ ਅਸੀਂ ਚੱਲਨੇ ਆ ਸਭ ਤੋਂ ਉੱਤੇ 4 ਤੋਂ 22 4 ਤੋਂ 22 ਕਿਸ ਤਰ੍ਹਾਂ ਆਏਗਾ ਸਾਡਾ ਘੇਰੇ ਵੱਲ ਅਸੀਂ ਦੇਖਦੇ 4 ਤੋਂ 22 ਸਾਡੀ ਜਿਹੜੀ ਅਸੀਂ ਬੈਲਟ ਕੱਢ ਕੇ ਤੇ ਫਰਿੱਲ ਕੱਢ ਕੇ ਜਿਹੜੀ ਲੰਬਾਈ ਵੇਖੀ ਸੀ 91 ਜਿਹੜੀ ਸਾਡੀ ਆਈ ਸੀ ਟੋਟਲ ਲੰਬਾਈ 91 ਸੈਂਟੀਮੀਟਰ ਅਸੀਂ ਉਹ 4 ਤੋਂ 22 ਲਵਾਂਗੇ। ਇਸੇ ਤਰ੍ਹਾਂ ਹੀ 5 ਤੋਂ 23 ਦੇਖੋ 4 ਤੋਂ 23 ਦੇ ਥੱਲੇ ਪੁਆਇੰਟ ਹੈਗਾ ਵਾ 5 ਤੋਂ 23 ਵੀ ਅਸੀਂ ਉਹਦੀ पेटीकोट की लंबाई लवांगे 91 सेंटीमीटर। उस तो बाद की करना मैं 1 ਤੋਂ 24 ਜਿਹੜਾ वै 1 ਤੋਂ 24 किस तरह लिता सी 1 ਤੋਂ 5 माप का तीसरा हिस्सा 1 ਤੋਂ 5 माप ਨੂੰ ਅਸੀਂ ਮੇਜਰ ਕਰ ਲੈਣਾ इंची टेप ਨਾਲ फिर ਉਹਦਾ ਤੀਜਾ ਹਿੱਸਾ ਕੱਢ ਦੇਣਾ ਤੇ ਉਹਨੂੰ 1 ਤੋਂ 24 ਦੇ ਦੇਣਾ। ਐਸੀ ਤਰ੍ਹਾਂ ਹੀ 2 ਤੋਂ 25 2 ਤੋਂ 4 ਦਾ ਤੀਜਾ ਹਿੱਸਾ 2 ਤੋਂ 4 ਨੂੰ ਮੇਜਰ ਕੱਢ ਲੈਣਾ फिर ਉਹਨੂੰ ਤੀਸਰਾ ਹਿੱਸਾ ਕੱਢਣਾ ਤੇ ਉਹ 25 ਪੁਆਇੰਟ ਆ ਜਾਏਗਾ। ਐਸੀ ਸਾਡਾ 4 ਪੈਨਲ पेटीकोट ਦਾ घेरे का ड्राफ्ट। हुण असीं इहदी बेल्ट का ड्राफ्ट समझांगे। ड्राफ्टिंग इंस्ट्रक्शंस फॉर 4 पैनल पेटीकोट दे विच जिहड़ियां ओहदियां ड्राफ्टिंग इंस्ट्रक्शन बेल्ट दियां ने डायग्राम च देखो 0 तो 1 2 तो 3 दे बराबर 4 सेंटीमीटर। 0 तो 2 1 तो 3 दे बराबर हिप का दूजा हिस्सा 48 सेंटीमीटर। 4 तो 5 2 तो 3 दे बराबर 4 सेंटीमीटर। 2 तो 4 3 तो 5 दे बराबर 5 सेंटीमीटर। ਇਹ ਸਾਡੀ ਬੈਲਟ ਦੀ ਡਰਾਫਟਿੰਗ ਸੀ। ਹੁਣ ਅਸੀਂ 6 ਪੈਨਲ पेटीकोट ਦੀ ਡਰਾਫਟਿੰਗ ਕਰਨ ਜਾ ਰਹੇ ਹਾਂ। ਅਸੀਂ ਸਭ ਤੋਂ ਪਹਿਲੇ ਡਰਾਫਟਿੰਗ ਡਿਸਕਸ ਕਰਨੀਆਂ ਹੈ ਐਸ ਕਰਕੇ ਮੈਂ ਸਭ ਤੋਂ ਪਹਿਲੇ ਡਰਾਫਟਿੰਗ ਡਿਸਕਸ ਕਰ ਰਹੀ ਹਾਂ। ਪਹਿਲੇ 4 ਪੈਨਲ ਦੀ ਕੀਤੀ ਹੈ ਹੁਣ ਮੈਂ 6 ਪੈਨਲ ਦੀ ਡਰਾਫਟਿੰਗ ਡਿਸਕਸ ਕਰਨ ਲੱਗੀ ਹਾਂ। ਇਹਦੇ ਵਾਸਤੇ ਜ਼ਰੂਰੀ ਨਾਪ ਦੇਖੋ 6 ਪੈਨਲ ਦੇ ਵਿੱਚ ਤੁਹਾਨੂੰ 3 ਕਲੀਆਂ ਦਿਸਦੀਆਂ ਪਈਆਂ ਵੈ 3 ਕਲੀਆਂ ਅੱਗੇ ਤੇ 3 ਕਲੀਆਂ ਪਿੱਛੇ ਪੈਂਦੀਆਂ ਨੇ ਤੇ ਥੱਲੇ ਫਰਿੱਲ ਲੱਗਦੀ ਹੈ। ਜ਼ਰੂਰੀ ਨਾਪ ਕੁੱਲ ਲੰਬਾਈ 100 ਸੈਂਟੀਮੀਟਰ हिप 96 सेंटीमीटर। बेल्ट की लंबाई 4 सेंटीमीटर। फ्रिल की लंबाई असी लेनी है 5 सेंटीमीटर। हम ड्राफ्टिंग इंस्ट्रक्शंस फॉर 6 पैनल पेटीकोट 6 पैनल पेटीकोट की जी ड्राफ्टिंग इंस्ट्रक्शंस है वो इस तरह ने
0 ਤੋਂ 1 ਕੁੱਲ ਲੰਬਾਈ ਮਾਈਨਸ ਬੈਲਟ ਦੀ ਲੰਬਾਈ ਮਾਈਨਸ ਫਰਿਲ ਦੀ ਲੰਬਾਈ। ਬੈਲਟ ਦੀ ਲੰਬਾਈ ਤੇ ਜਿਹੜੀ ਫਰਿਲ ਦੀ ਲੰਬਾਈ ਹੈ ਟੋਟਲ 9 ਸੈਂਟੀਮੀਟਰ ਆਂਦੀ ਹੈ। 4 ਸੈਂਟੀਮੀਟਰ ਬੈਲਟ ਤੇ 5 ਸੈਂਟੀਮੀਟਰ ਫਰਿਲ, ਟੋਟਲ 9 ਸੈਂਟੀਮੀਟਰ ਹੈ। ਤੇ ਕੁੱਲ ਲੰਬਾਈ 100 ਸੈਂਟੀਮੀਟਰ ਹੈ। ਉਹਦੇ ਚ ਜਦੋਂ 9 ਸੈਂਟੀਮੀਟਰ ਅਸੀਂ ਲੈਸ ਕਰ ਦਿੰਦੇ ਆ ਤੇ ਤਿਆਰ ਪੈਟੀਕੋਟ ਜਿਹੜਾ ਅਸੀਂ ਡਰਾਫਟ ਵਾਸਤੇ ਤੇ ਨੀਚੇ ਵਾਲਾ ਬੈਲਟ ਤੋਂ ਇਲਾਵਾ ਹੇਠਾਂ ਜਿਹੜਾ ਕੱਪੜਾ ਲੈਣਾ ਉਹ 91 ਸੈਂਟੀਮੀਟਰ ਲੰਬਾ ਲੈਣਾ ਹੈ। 0 ਤੋਂ 2 ਕੱਪੜੇ ਦਾ ਅਰਜ ਡਿਵਾਈਡਡ ਬਾय 2। ਹੁਣ 0 ਤੋਂ 2 ਦੇਖੋ, ਜਿਹੜਾ ਕੱਪੜਾ ਹੈ ਕੱਪੜੇ ਦਾ ਅਰਜ ਪਹਿਲੇ ਦੇਖ ਲੈਣਾ। ਜੇ ਅਸੀਂ 100 ਸੈਂਟੀਮੀਟਰ ਦਾ ਅਰਜ ਲੈ ਰਹੇ ਹਾਂ ਤੇ 100 ਨੂੰ ਅਸੀਂ 2 ਨਾਲ ਡਿਵਾਈਡ ਕਰਾਂਗੇ ਤੇ 50 ਆ ਜਾਏਗਾ। ਉਹਦੇ ਵਿੱਚੋਂ ਅਸੀਂ 3 ਸੈਂਟੀਮੀਟਰ ਲੈਸ ਕਰਾਂਗੇ ਤੇ ਸਾਡਾ 47 ਸੈਂਟੀਮੀਟਰ ਜਿਹੜਾ ਵਾ 0 ਤੋਂ 2 ਆ ਜਾਏਗਾ। 2 ਤੋਂ 3 0 ਤੋਂ 1 ਦੇ ਬਰਾਬਰ, 1 ਤੋਂ 3 0 ਤੋਂ 2 ਦੇ ਬਰਾਬਰ 47 ਸੈਂਟੀਮੀਟਰ। ਹੁਣ ਉਸ ਤੋਂ ਬਾਅਦ ਦੇਖੋ ਕਮਰ ਵਾਸਤੇ 0 ਤੋਂ 4 ਅਸੀਂ ਲਿੱਤਾ ਹੈ ਹਿਪ ਦਾ 12ਵਾਂ ਹਿੱਸਾ ਪਲੱਸ 1 ਸੈਂਟੀਮੀਟਰ। ਹਿਪ ਦਾ ਜਿਹੜਾ ਅਸੀਂ 12ਵਾਂ ਹਿੱਸਾ ਕੱਢਿਆ ਵਾ ਉਹ ਸਾਡਾ ਆਇਆ ਵਾ ਹਿਪ ਦਾ ਜਿਹੜਾ 12ਵਾਂ ਹਿੱਸਾ ਕੱਢਿਆ ਉਹ 8 ਆਇਆ। ਉਹਦੇ ਵਿੱਚ ਜਦੋਂ 1 ਸੈਂਟੀਮੀਟਰ ਐਡ ਕੀਤਾ ਤੇ 9 ਸੈਂਟੀਮੀਟਰ ਆ ਗਿਆ। ਉਸ ਤੋਂ ਬਾਅਦ 3 ਤੋਂ 5 ਹਿਪ ਦਾ 6ਵਾਂ ਹਿੱਸਾ ਜਮਾ 2 ਸੈਂਟੀਮੀਟਰ, ਇਹ ਸਾਡਾ ਆ ਗਿਆ 18 ਸੈਂਟੀਮੀਟਰ। ਅਸੀਂ 3 ਤੋਂ 5 ਨੀਚੇ ਦੇਖ ਰਹੇ ਹੋ ਪੁਆਇੰਟ ਹੈ, ਕਮਰ ਵਾਲਾ ਹੀ ਪੁਆਇੰਟ ਹੈ। ਇੱਥੇ ਅਸੀਂ 18 ਸੈਂਟੀਮੀਟਰ ਹਿਪ ਦਾ 6ਵਾਂ ਹਿੱਸਾ ਜਮਾ 2 ਸੈਂਟੀਮੀਟਰ ਜਦੋਂ ਕੀਤਾ। ਉਸ ਤੋਂ ਬਾਅਦ ਦੇਖੋ 1 ਤੋਂ 8 1 ਤੋਂ 5 ਮਾਪ ਦਾ ਤੀਸਰਾ ਹਿੱਸਾ, ਜਿਸ ਤਰ੍ਹਾਂ ਅਸੀਂ 4 ਪੈਨਲ ਪੈਟੀਕੋਟ ਦੇ ਵਿੱਚ ਕੀਤਾ ਸੀ ਐਸੇ ਤਰ੍ਹਾਂ ਹੀ ਅਸੀਂ ਨੀਚੇ ਘੇਰੇ ਦਾ ਜਿਹੜਾ ਵਾ 1 ਤੋਂ 5 ਮਾਪ ਨੂੰ ਇੰਚੀ ਟੇਪ ਨਾਲ ਮੇਜਰ ਕਰ ਲੈਣਾ ਤੇ ਉਹਦਾ ਜਿਹੜਾ ਵਾ ਤੀਸਰਾ ਹਿੱਸਾ ਕੱਢ ਦੇਣਾ ਤੇ 1 ਤੋਂ 8 ਆ ਜਾਏਗਾ। 2 ਤੋਂ 9 2 ਤੋਂ 4 ਮਾਪ ਦਾ ਤੀਜਾ ਹਿੱਸਾ, 2 ਤੋਂ 9 ਉੱਤੇ ਵੱਲ ਨੂੰ ਦੇਖੋ 2 ਤੋਂ 4 ਨੂੰ ਮੇਜਰ ਕਰਾਂਗੇ, ਉਹਦਾ ਤੀਸਰਾ ਹਿੱਸਾ ਕੱਢਾਂਗੇ ਤੇ 2 ਤੋਂ 9 ਆ ਜਾਏਗਾ। 0 ਤੋਂ 10 ਹਿਪ ਦਾ 8ਵਾਂ ਹਿੱਸਾ 12 ਸੈਂਟੀਮੀਟਰ। 3 ਤੋਂ 11 5 ਤੋਂ 12 ਹਿਪ ਦਾ 8ਵਾਂ ਹਿੱਸਾ 12 ਸੈਂਟੀਮੀਟਰ। 11 ਤੋਂ 12 ਨੂੰ ਅਸੀਂ ਸਿੱਧੀ ਟੇਢੀ ਰੇਖਾ ਦੇ ਵਿੱਚ ਹਲਕੀ ਜੀ ਟੇਢੀ ਹੁੰਦੀ ਹੈ ਤੇ ਉਹਨੂੰ ਮਿਲਾ ਦੇਵਾਂਗੇ ਤੇ ਉਹਦਾ ਜਦੋਂ ਅੱਧ ਕਰਾਂਗੇ ਤੇ ਉਸਨੂੰ 14 ਨਾਮ ਦੇਵਾਂਗੇ। 3 ਤੋਂ 13 3 ਤੋਂ 5 ਮਾਪ ਦਾ 3 ਤੋਂ 5 ਮਾਪ ਦਾ ਅੱਧ ਕੀਤਾ। 13 ਤੋਂ 14 ਸਾਡਾ ਪੁਆਇੰਟ ਆ ਜਾਏਗਾ, ਡਾਟ ਦੀ ਲੰਬਾਈ ਆ ਜਾਏਗੀ। 11 ਤੋਂ 12 ਦਾ ਅੱਧ, 0 ਤੋਂ 15 1 ਸੈਂਟੀਮੀਟਰ, 0 ਤੋਂ 15 ਅਸੀਂ 1 ਸੈਂਟੀਮੀਟਰ ਡਾਟ ਦੀ ਚੌੜਾਈ ਦੇਣੀ ਹੈ। 0 ਤੋਂ 7 ਡਾਟ ਦੀ ਲੰਬਾਈ ਆਏਗੀ। 13 ਤੋਂ 16 13 ਤੋਂ 17 1 ਸੈਂਟੀਮੀਟਰ ਦੂਸਰੀ ਸਾਈਡ ਤੋਂ ਡਾਟ ਦੀ ਚੌੜਾਈ ਆ ਜਾਏਗੀ ਤੇ 13 ਤੋਂ 14 ਡਾਟ ਦੀ ਲੰਬਾਈ ਆ ਜਾਏਗੀ। ਐਸੀ ਸਾਡਾ 6 ਪੈਨਲ ਪੈਟੀਕੋਟ ਦੇ ਘੇਰੇ ਦਾ ਡਰਾਫਟ। ਹੁਣ ਅਸੀਂ ਬੈਲਟ ਦਾ ਡਰਾਫਟ ਸਮਝਦੇ ਹਾਂ। ਡਰਾਫਟਿੰਗ ਇੰਸਟਰਕਸ਼ਨ ਫॉर 6 ਪੈਨਲ ਪੈਟੀਕੋਟ ਬੈਲਟ। 0 ਤੋਂ 1 2 ਤੋਂ 3 ਦੇ ਬਰਾਬਰ 4 ਸੈਂਟੀਮੀਟਰ। 0 ਤੋਂ 2 1 ਤੋਂ 3 ਹਿਪ ਦਾ ਦੂਜਾ ਹਿੱਸਾ 48 ਸੈਂਟੀਮੀਟਰ। 4 ਤੋਂ 5 2 ਤੋਂ 3 ਦੇ ਬਰਾਬਰ 4 ਸੈਂਟੀਮੀਟਰ। 2 ਤੋਂ 4 3 ਤੋਂ 5 ਦੇ ਬਰਾਬਰ 5 ਸੈਂਟੀਮੀਟਰ। ਐਸੀ ਸਾਡਾ ਬੈਲਟ ਦਾ ਡਰਾਫਟ। ਹੁਣ ਅਸੀਂ ਡਰਾਫਟਿੰਗ ਕਰ ਲਈ ਹੈ। ਡਰਾਫਟਿੰਗ ਕਰਨ ਤੋਂ ਬਾਅਦ ਸਾਡਾ ਅਗਲਾ ਕੰਮ ਹੁੰਦਾ ਲੇਆਊਟ ਕਰਨਾ। ਲੇਆਊਟ ਤਦ ਹੀ ਪੋਸੀਬਲ ਹੈ, ਸਹੀ ਲੇਆਊਟ ਤਦ ਹੀ ਹੋ ਸਕਦਾ ਹੈ ਜੇ ਸਾਨੂੰ ਲੇਆਊਟ ਦੀ ਡੈਫੀਨੇਸ਼ਨ, ਉਹਦੀ ਪੂਰੀ ਜਾਣਕਾਰੀ ਹੋਏ ਕਿ ਲੇਆਊਟ ਹੁੰਦਾ ਕੀ ਹੈ। ਸੋ ਪਹਿਲੇ ਅਸੀਂ ਡਿਸਕਸ ਕਰਾਂਗੇ ਕਿ ਲੇਆਊਟ ਕੀ ਹੁੰਦਾ ਹੈ। ਮੀਨਿੰਗ ਆਫ ਲੇਆਊਟ। ਲੇਆਊਟ ਦਾ ਅਰਥ ਹੈ ਕੱਪੜੇ ਦੀ ਜ਼ਰੂਰਤ ਦਾ ਅੰਦਾਜ਼ਾ ਲਗਾਉਣਾ। ਸਭ ਤੋਂ ਪਹਿਲਾ ਪੁਆਇੰਟ ਦਿਮਾਗ 'ਚ ਇਹੀ ਆਉਂਦਾ ਹੈ ਕਿ ਕੱਪੜੇ ਦਾ ਅੰਦਾਜ਼ਾ ਕਿੱਦਾਂ ਲਗਾਇਆ ਜਾਏ, ਕਿ ਕਿੰਨਾ ਕੱਪੜਾ ਲੱਗਦਾ ਹੈ, ਤੇ ਉਹਦੇ ਵਿੱਚ ਲੇਆਊਟ ਜਿਹੜਾ ਵਾ ਬਹੁਤ ਹੈਲਪਫੁਲ ਹੁੰਦਾ ਹੈ। ਆਮ ਤੌਰ ਤੇ ਆਮ ਕੱਪੜਿਆਂ ਵਿੱਚ ਕੱਪੜੇ ਦੀ ਜ਼ਰੂਰਤ ਦਾ ਅੰਦਾਜ਼ਾ ਵਸਤਰ ਦੀ ਲੰਬਾਈ, ਬਾਂਹ ਦੀ ਲੰਬਾਈ, ਫੱਟੇ ਦਾ ਹੱਕ ਆਦਿ ਨੂੰ ਜਮਾ ਕਰਕੇ ਲਗਾਇਆ ਜਾ ਸਕਦਾ ਹੈ। ਜੇ ਅਸੀਂ ਲੇਆਊਟ ਨਹੀਂ ਕਰਨਾ ਤੇ ਨਾਰਮਲੀ ਅਸੀਂ ਜਦੋਂ ਕੱਪੜਾ ਪਰਚੇਸ ਕਰਦੇ ਹਾਂ ਤੇ ਉਸ ਲਈ ਲੰਬਾਈ ਦਾ 2 ਗੁਣਾ ਕਰ ਦਿੰਦੇ ਹਾਂ, ਉਹਦੇ ਵਿੱਚ ਫੱਟਾ ਐਡ ਕਰ ਦਿੰਦੇ ਹਾਂ। ਜੇ ਲੰਬੀ ਬਾਜੂ ਬਣਾ ਰਹੇ ਹਾਂ ਤੇ ਇੱਕ ਬਾਜੂ ਦੀ ਲੰਬਾਈ ਨੂੰ ਐਡ ਕਰ ਦਿੰਦੇ ਹਾਂ ਤੇ ਸਾਨੂੰ ਅਨੁਮਾਨਿਤ ਜਿਹੜਾ ਕੱਪੜਾ ਪਤਾ ਲੱਗ ਜਾਂਦਾ ਹੈ। ਤੇ ਜੇ ਅਸੀਂ ਪ੍ਰੋਪਰ ਕੰਮ ਕਰਾਂਗੇ ਤੇ ਅਸੀਂ ਲੇਆਊਟ ਦੇ ਥਰੂ ਹੀ ਕਰਾਂਗੇ। ਇਸ ਵਿੱਚ ਕੱਪੜੇ ਦੀ ਚੌੜਾਈ ਅਰਜ਼ ਦਾ ਵੀ ਧਿਆਨ ਰੱਖਿਆ ਜਾਂਦਾ ਹੈ, ਪਰ ਜਦੋਂ ਅਸੀਂ ਕੋਈ ਖਾਸ ਡਿਜ਼ਾਈਨ ਬਣਾਉਣਾ ਹੋਵੇ ਤਾਂ ਲੇਆਊਟ ਦਾ ਮਹੱਤਵ ਬਹੁਤ ਜ਼ਿਆਦਾ ਹੈ। ਜਿਸ ਤਰ੍ਹਾਂ ਅਸੀਂ ਲਾਈਨਾਂ ਵਾਲਾ ਕੱਪੜਾ ਯੂਜ਼ ਕਰਦੇ ਹਾਂ, ਲਾਈਨਾਂ ਸਿੱਧੀਆਂ, ਅਸੀਂ ਉਹਨੂੰ ਤਿਰਛਾ ਲੈ ਕੇ ਆਉਣਾ ਚਾਹੁੰਦੇ ਹਾਂ ਤੇ ਸਾਨੂੰ ਕੱਪੜਾ ਪਤਾ ਹੋਏਗਾ ਵੀ ਕਿੱਥੋਂ ਅਸੀਂ ਤਿਰਛੀਆਂ ਲਾਈਨਾਂ ਕੱਢ ਸਕਦੇ ਹਾਂ, ਤੇ ਉਹ ਸਾਨੂੰ ਕੱਪੜੇ ਦਾ ਅੰਦਾਜ਼ਾ ਜੇ ਸਾਨੂੰ ਲੇਆਊਟ ਤੋਂ ਹੀ ਪਤਾ ਲੱਗਦਾ ਹੈ। ਲੇਆਊਟ ਵਿੱਚ ਅਸੀਂ ਡਰਾਫਟ ਦੇ ਸਾਰੇ ਟੁਕੜੇ ਕੱਪੜੇ ਉੱਪਰ ਇਸ ਤਰ੍ਹਾਂ ਰੱਖਦੇ ਹਾਂ ਕਿ ਕੱਪੜਾ ਘੱਟ ਤੋਂ ਘੱਟ ਇਸਤੇਮਾਲ ਹੋਵੇ। ਅਸੀਂ ਜਿਹੜੇ ਉਹਦੇ ਤੇ ਪੈਟਰਨਸ ਰੱਖਣੇ ਆ ਉਹਨਾਂ ਦੇ ਵਿੱਚ ਜ਼ਿਆਦਾ
ਗੈਪ ਨਹੀਂ ਛੱਡਣਾ, ਪ੍ਰੋਪਰ ਉਹਦੇ ਰੂਲਸ ਨੂੰ ਫੋਲੋ ਕਰਦੇ ਹੋਏ ਕਿ ਕਿਹੜੀ ਚੀਜ਼ ਸਟ੍ਰੇਟ ਲਾਈਨ ਗ੍ਰੇਨ ਲਾਈਨ ਤੋਂ ਕੱਟਣੀ ਹੈ, ਕਿਹੜੀ ਆਡੀ ਕੱਟਣੀ ਹੈ, ਕਿਹੜੀ ਸਿੱਧੀ ਕੱਟਣੀ ਹੈ। ਇਹ ਜਿਹੜੇ ਸਾਡੇ ਰੂਲਸ ਹੈ ਇਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰੋਪਰ ਸਿਲਾਈ ਹੱਕ ਲੈਂਦੇ ਹੋਏ ਅਸੀਂ ਜਿਹੜਾ ਵਾ ਲੇਆਊਟ ਕਰਨਾ ਹੈ। ਕੱਪੜੇ ਉੱਪਰ ਪਹਿਲਾਂ ਰੱਖੇ ਜਾਂਦੇ ਹਨ ਅਤੇ ਛੋਟੇ ਟੁਕੜਿਆਂ ਨੂੰ ਬਾਅਦ ਵਿੱਚ ਰੱਖਿਆ ਜਾਂਦਾ ਹੈ। ਸਭ ਤੋਂ ਪਹਿਲੇ ਜਦੋਂ ਡਰਾਫਟ ਦੇ ਜਿਹੜੇ ਵੱਡੇ ਵੱਡੇ ਟੁਕੜੇ ਹੁੰਦੇ ਨੇ, ਜਿਸ ਤਰ੍ਹਾਂ ਫਰੰਟ ਬੈਕ, ਉਹਨਾਂ ਨੂੰ ਪਹਿਲੇ ਰੱਖਿਆ ਜਾਂਦਾ ਹੈ। ਜਿੱਦਾਂ ਪਾਕਟਸ ਹੋ ਗਈਆਂ, ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਮੈਂ ਉਹਨਾਂ ਨੂੰ ਅਸੀਂ ਬਾਅਦ ਚੋਂ ਲੇਆਊਟ ਤੇ ਪਲੇਸ ਕਰਦੇ ਹਾਂ। ਮੀਨਿੰਗ ਆਫ ਲੇਆਊਟ ਹੀ ਅਸੀਂ ਕਲੀਅਰ ਕਰਦੇ ਪਏ ਹਾਂ ਹਾਲੇ। ਡਰਾਫਟਿੰਗ ਦੇ ਸਾਰੇ ਟੁਕੜੇ ਕੱਪੜੇ ਉੱਪਰ ਰੱਖਣ ਦੇ ਇਸ ਨੂੰ ਕੱਪੜੇ ਨਾਲ ਪਿੰਨ ਦੀ ਸਹਾਇਤਾ ਨਾਲ ਜੋੜ ਦੇਣਾ ਚਾਹੀਦਾ ਹੈ। ਡਰਾਫਟਿੰਗ ਦੀ ਬਾਹਰੀ ਰੇਖਾ ਦਾ ਨਿਸ਼ਾਨ ਲਗਾ ਲਿਆ ਜਾਂਦਾ ਹੈ। ਇਸ ਸਿਲਾਈ ਰੇਖਾ ਨੂੰ ਸਿਲਾਈ ਰੇਖਾ ਹੁੰਦੀ ਹੈ ਜਿਹੜੀ ਅਸੀਂ ਬਾਹਰੀ ਰੇਖਾ ਦਾ ਨਿਸ਼ਾਨ ਲਗਾਉਂਦੇ ਹਾਂ। ਇਸ ਰੇਖਾ ਦੇ ਹਰ ਪਾਸੇ ਸਿਲਾਈ ਹੱਕ ਰੱਖ ਕੇ ਇੱਕ ਹੋਰ ਕਟਾਈ ਰੇਖਾ ਖਿੱਚੀ ਜਾਂਦੀ ਹੈ। ਕੱਪੜਾ ਕਟਾਈ ਰੇਖਾ ਦੇ ਨਾਲ ਨਾਲ ਕੱਟਿਆ ਜਾਂਦਾ ਹੈ। ਜੇ ਲੇਆਊਟ ਅਸੀਂ ਪ੍ਰੋਪਰ ਕੀਤਾ ਹੋਏਗਾ, ਜਿਸ ਤਰ੍ਹਾਂ ਅਸੀਂ 1/4 ਸਕੇਲ ਤੇ ਛੋਟਾ ਲੇਆਊਟ ਕਰਾਂਗੇ, ਉਸੇ ਤਰ੍ਹਾਂ ਹੀ ਸਾਡਾ ਜਿਹੜਾ ਵੈ ਫੁੱਲ ਸਕੇਲ ਤੇ ਲੇਆਊਟ ਆ ਜਾਏਗਾ। ਪ੍ਰੀਕਾਸ਼ਨਸ ਵਾਈਲ ਮੇਕਿੰਗ ਲੇਆਊਟ। ਜਦੋਂ ਅਸੀਂ ਲੇਆਊਟ ਕਰਨਾ ਹੈ ਤੇ ਉਸ ਲਈ ਧਿਆਨ ਦੇਣ ਯੋਗ ਕੀ ਗੱਲਾਂ ਹੈ। ਪਹਿਲੇ ਅਸੀਂ ਸਮਝਿਆ ਹੈ ਕਿ ਲੇਆਊਟ ਕੀ ਹੁੰਦਾ ਹੈ ਤੇ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਤੇ ਹੁਣ ਅਸੀਂ ਜਦੋਂ ਲੇਆਊਟ ਕਰਨਾ ਹੈ ਉਸ ਲਈ ਕੀ ਧਿਆਨ ਦੇਣਾ ਹੈ। ਨਵਾਂ ਸਿੱਖਣ ਵਾਲਿਆਂ ਨੂੰ ਸਧਾਰਨ ਵਸਤਰਾਂ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿਹੜੇ ਬਿਲਕੁਲ ਹਲੇ ਸਿੱਖਣ ਲੱਗੇ ਨੇ ਉਹਨਾਂ ਨੂੰ ਸਿੰਪਲ ਗਾਰਮੈਂਟ ਜਿੱਦਾਂ ਫਰॉक्स ਹੋ ਗਈਆਂ, ਜਿੱਦਾਂ ਬਾਡੀ ਬਲੌਕ ਹੋ ਗਿਆ, ਸਿੰਪਲ ਸਾਦੇ ਕੱਪੜਿਆਂ ਤੋਂ ਹੀ ਜਿਹੜੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜੇਕਰ ਕੱਪੜਾ ਸੁੰਗੜਨ ਵਾਲਾ ਹੈ ਤਾਂ ਇਸ ਨੂੰ ਪਹਿਲੇ ਧੋ ਕੇ ਸੁੰਗੜਾ ਲੈਣਾ ਚਾਹੀਦਾ ਹੈ। ਜੇ ਕੱਪੜਾ ਮਤਲਬ ਸ਼ਰਿੰਕ ਵਾਲਾ ਹੈ, ਕਾਟਨ ਦਾ ਕੱਪੜਾ ਹੈ ਜਾਂ ਲਿਨਨ ਦਾ ਕੱਪੜਾ ਹੈ, ਜੇ ਸੁੰਗੜਨ ਵਾਲਾ ਹੈ ਤੇ ਉਹਨੂੰ ਪਹਿਲੇ ਧੋ ਲਓ, ਸੁੰਗੜਾ ਲਓ ਤੇ ਉਹਨੂੰ ਪ੍ਰੈਸ ਕਰ ਲਓ। ਡਰਾਫਟਿੰਗ ਦੇ ਉੱਤੇ ਬਣੀ ਗ੍ਰੇਨ ਲਾਈਨ ਹਮੇਸ਼ਾ ਕੱਪੜੇ ਦੀ ਕਿਨਾਰੀ ਦੇ ਸਮਾਨਾਂਤਰ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਸਾਨੂੰ ਸਾਰੇ ਜਿਹੜੇ ਕਟਾਈ ਦੇ ਰੂਲਸ ਫੋਲੋ ਕਰਨੇ ਪੈਂਦੇ ਹੈ। ਜਿਹੜੀ ਚੀਜ਼ ਆਡੀ ਕੱਟਣੀ ਹੈ ਉਹ ਆਡੀ ਕੱਟਣੀ ਚਾਹੀਦੀ ਹੈ, ਜਿਹੜੀ ਅਸੀਂ ਸਿੱਧੀ ਕੱਟਣੀ ਹੈ ਉਹ ਸਿੱਧੀ ਹੀ ਕੱਟਣੀ ਹੈ। ਕੱਪੜੇ ਬਾਣੇ ਦੀ ਦਿਸ਼ਾ ਵਿੱਚ ਆਡਾ ਨਹੀਂ ਕੱਟਣਾ ਚਾਹੀਦਾ, ਅਜਿਹਾ ਕਰਨ ਤੇ ਕੱਪੜੇ ਦਾ ਆਕਾਰ ਖਰਾਬ ਹੋ ਜਾਂਦਾ ਹੈ। ਡਰਾਫਟਿੰਗ ਨੂੰ ਕੱਪੜੇ ਦੀ ਪੁੱਠੇ ਪਾਸੇ ਰੱਖ ਕੇ ਨਿਸ਼ਾਨ ਲਗਾਉਣੇ ਚਾਹੀਦੇ ਹਨ। ਹੁਣ ਅਸੀਂ ਲੇਆਊਟ ਇੰਸਟਰਕਸ਼ਨ ਸਮਝਣ ਲੱਗੇ ਹਾਂ ਕਿ 4 ਪੈਨਲ ਪੇਟੀਕੋਟ ਦਾ ਜਿਹੜਾ ਲੇਆਊਟ ਉਹ ਕਿਸ ਤਰ੍ਹਾਂ ਕਰਾਂਗੇ, ਤੇ ਉਹ ਇਸ ਤਰ੍ਹਾਂ ਹੈ। ਉਹਦੇ ਵਾਸਤੇ ਅਨੁਮਾਨਿਤ ਕੱਪੜਾ ਕਿੰਨਾ ਲੱਗੇਗਾ, ਐਸਟੀਮੇਸ਼ਨ ਆਫ ਕਲੋਥ। ਕਿਸੇ ਵੀ ਨਾਪ ਦੇ ਪੇਟੀਕੋਟ ਲਈ 2 ਲੰਬਾਈਆਂ ਪਲੱਸ ਟਰਨਿੰਗ ਪਲੱਸ ਫਰਿਲ ਦੀ ਲੋੜ ਹੈ। ਜਿਵੇਂ 100 ਸੈਂਟੀਮੀਟਰ ਲੰਬਾਈ ਦੇ ਪੇਟੀਕੋਟ ਲਈ 2 ਲੰਬਾਈਆਂ ਪਲੱਸ 4 ਸੈਂਟੀਮੀਟਰ ਪਲੱਸ 46 ਸੈਂਟੀਮੀਟਰ ਫਰਿਲ ਦੀ ਲੋੜ ਹੈ। ਜਿਸ ਨਾਲ 250 250 ਸੈਂਟੀਮੀਟਰ ਅਮਾਉਂਟ ਆ ਜਾਂਦਾ ਹੈ। 4 ਕਲੀਆਂ ਵਾਲੇ ਪੇਟੀਕੋਟ ਨੂੰ ਫਰਿਲ ਵਾਲਾ ਜਿਹੜਾ ਪੇਟੀਕੋਟ ਹੈ 100 ਸੈਂਟੀਮੀਟਰ ਅਰਜ਼ ਦਾ 2.5 ਮੀਟਰ ਕੱਪੜਾ ਲੱਗੇਗਾ। ਹੁਣ ਤੁਸੀਂ ਲੇਆਊਟ ਧਿਆਨ ਨਾਲ ਦੇਖੋ। ਮੈਂ ਕਲੀਆਂ ਜਿਹੜੀਆਂ ਕੱਢੀਆਂ ਨੇ ਉਹ ਦੇਖੋ ਤੁਸੀਂ, ਸਾਈਡ ਤੇ ਡਬਲ ਫੋਲਡ ਹੈ। ਉਸ ਤੋਂ ਬਾਅਦ ਕੱਪੜੇ ਦਾ ਅਰਜ਼ ਲਿੱਤਾ ਗਿਆ ਹੈ, ਇੱਕ ਰੇਸ਼ੋ 10 ਸਕੇਲ ਤੇ ਬਣਾਇਆ ਗਿਆ ਹੈ। ਕਲੀਆਂ ਦੇ ਹੇਠੋਂ ਅਸੀਂ ਬੈਲਟ ਕੱਢੀ ਹੈ, ਸਾਈਡ ਤੇ ਅਸੀਂ ਫਰਿਲ ਕੱਢੀ ਹੈ। ਲੇਆਊਟ ਇੰਸਟਰਕਸ਼ਨਸ ਫॉर 6 ਪੈਨਲ ਪੇਟੀਕੋਟ। ਹੁਣ 6 ਪੈਨਲ ਪੇਟੀਕੋਟ ਨੂੰ ਅਸੀਂ ਲੇਆਊਟ ਕਿੱਦਾਂ ਕਰਨਾ ਹੈ। ਐਸਟੀਮੇਸ਼ਨ ਆਫ ਕਲੋਥ। ਕਿਸੇ ਵੀ ਨਾਪ ਦੇ ਪੇਟੀਕੋਟ ਲਈ 2 ਲੰਬਾਈਆਂ ਪਲੱਸ ਟਰਨਿੰਗ ਦੀ ਪਲੱਸ ਫਰਿਲ ਦੀ ਲੋੜ ਹੈ। ਜਿਵੇਂ 100 ਸੈਂਟੀਮੀਟਰ ਲੰਬਾਈ ਦੇ ਪੇਟੀਕੋਟ ਲਈ 2 ਲੰਬਾਈਆਂ ਪਲੱਸ 4 ਸੈਂਟੀਮੀਟਰ ਟਰਨਿੰਗ ਪਲੱਸ 26 ਸੈਂਟੀਮੀਟਰ ਫਰਿਲ ਲੱਗੇਗੀ। ਇਹਨੂੰ 2 ਮੀਟਰ 30 ਪੁਆਇੰਟ ਕੱਪੜਾ ਲੱਗੇਗਾ। 230 ਸੈਂਟੀਮੀਟਰ ਦੇ ਬਰਾਬਰ ਹੈ। 6 ਕਲੀਆਂ ਵਾਲੇ ਪੇਟੀਕੋਟ ਨੂੰ ਜਿਹੜਾ ਫਰਿਲ ਵਾਲਾ ਹੈ 100 ਸੈਂਟੀਮੀਟਰ ਅਰਜ਼ ਦਾ 2.25 ਮੀਟਰ ਕੱਪੜਾ ਲੱਗੇਗਾ। ਹੁਣ ਅਸੀਂ ਲੇਆਊਟ ਧਿਆਨ ਨਾਲ ਦੇਖਨੇ ਆ। ਤੁਸੀਂ ਦੇਖੋ ਲੇਆਊਟ ਜਿਹੜੀ ਸਾਈਡ ਦੀ ਕਲੀ ਹੈ ਉੱਥੇ ਡਬਲ ਲਿੱਤਾ ਗਿਆ ਹੈ ਤੇ ਜਿੰਨੀ ਕਲੀ ਹੈ ਉਨਾ ਹੀ ਸਾਨੂੰ ਕੱਪੜਾ ਫੋਲਡ ਕੀਤਾ ਗਿਆ ਹੈ। ਬਾਕੀ ਜਿਹੜੀਆਂ ਸਾਈਡ ਦੀਆਂ ਕਲੀਆਂ 4 ਨੇ ਉਹਨੂੰ ਅਸੀਂ ਡਬਲ ਫੋਲਡ ਦੇ ਉੱਤੇ ਲਿੱਤਾ ਹੈ। ਉਸ ਤੋਂ ਬਾਅਦ ਨੀਚੇ ਅਸੀਂ ਬੈਲਟ ਕੱਢੀ ਹੈ, ਬੈਲਟ ਦੇ ਨੀਚੇ ਫਰਿਲ ਕੱਢੀ ਹੈ ਤੇ ਸਾਈਡਾਂ ਤੋਂ ਵੀ ਅਸੀਂ ਫਰਿਲ ਕੱਢੀ ਹੈ। ਇੱਕ ਰੇਸ਼ੋ 10 ਸਕੇਲ ਦੇ ਵਿੱਚ ਲੇਆਊਟ ਕੀਤਾ ਗਿਆ ਹੈ। ਹੁਣ ਉਸ ਤੋਂ ਬਾਅਦ ਹੈ ਕਟਿੰਗ ਇੰਸਟਰਕਸ਼ਨਸ। ਅਸੀਂ ਲੇਆਊਟ ਕਰ ਲਿਆ ਹੈ। ਲੇਆਊਟ ਕਰਨ ਤੋਂ ਬਾਅਦ ਅਸੀਂ ਡਰਾਫਟ ਕਰ ਲਿਆ ਹੈ।
ਡਰਾਫਟ ਕਰਨ ਤੋਂ ਬਾਅਦ ਅਸੀਂ ਲੇਆਊਟ ਕਰ ਲਿਆ। ਲੇਆਊਟ ਕਰਨ ਤੋਂ ਬਾਅਦ ਸਾਡਾ ਅਗਲਾ ਜਿਹੜਾ ਮਕਸਦ ਹੁੰਦਾ ਹੈ ਕਿ ਉਹਦੀ ਕਟਾਈ ਕਿੱਦਾਂ ਕਰਨੀ ਹੈ। ਸਟੈਪ ਨੰਬਰ 1, ਸਭ ਤੋਂ ਪਹਿਲਾਂ ਕੱਪੜੇ ਨੂੰ ਟੇਬਲ ਉੱਪਰ ਵਿਛਾਓ। ਹੁਣ ਜਿਹੜਾ ਅਸੀਂ ਕੱਪੜਾ ਟੇਬਲ ਉੱਤੇ ਰੱਖਣਾ ਹੈ ਉਹਦੇ ਵਿੱਚ ਕੋਈ ਵੱਟ, ਕੋਈ ਸਿਲਵਟ, ਕੁਝ ਵੀ ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ। ਉਹ ਕੱਪੜਾ ਬਿਲਕੁਲ ਸਮੂਥ ਟੇਬਲ ਜਿਹੜਾ ਹੁੰਦਾ ਹੈ ਉਹਦੇ ਤੇ ਹੀ ਵਿਛਾਉਣਾ ਚਾਹੀਦਾ ਹੈ। ਸਟੈਪ ਨੰਬਰ 2, ਪੈਟਰਨ ਨੂੰ ਪਿੰਨ ਦੀ ਮਦਦ ਨਾਲ ਕੱਪੜੇ ਉੱਪਰ ਜਮਾਓ। ਪਿੰਨ ਦੀ ਹੈਲਪ ਲੈ ਕੇ, ਪਿੰਸ ਜਿਹੜੀਆਂ ਅਸੀਂ ਯੂਜ਼ ਕੀਤੀਆਂ ਹੈ, ਮੈਂ ਪਿੱਛੇ ਜਿਹੜਾ ਜ਼ਿਕਰ ਕੀਤਾ ਸੀ ਟੂਲਸ ਦੇ ਵਿੱਚ ਪਿੰਸ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਉਹ ਇੱਥੇ ਪੈਂਦੀ ਹੈ ਕਿ ਪੈਟਰਨ ਨੂੰ ਜਦੋਂ ਅਸੀਂ ਕੱਪੜੇ ਦੇ ਨਾਲ ਅਸੀਂ ਫਿਕਸ ਕਰਨਾ ਹੈ ਤੇ ਪਿੰਸ ਦੇ ਨਾਲ ਸਾਨੂੰ ਫਿਕਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਲੋੜੀਂਦਾ ਸਿਲਾਈ ਹੱਕ ਲੈ ਕੇ ਕੱਪੜੇ ਉੱਪਰ ਮਾਰਕਿੰਗ ਕਰੋ। ਫਿਰ ਸਾਨੂੰ ਕੱਪੜੇ ਉੱਪਰ ਮਾਰਕਿੰਗ ਕਰਨੀ ਚਾਹੀਦੀ ਹੈ ਚੌਕ ਦੇ ਨਾਲ। ਕਲੀਆਂ ਜੋੜਨ ਲਈ 1.5 ਸੈਂਟੀਮੀਟਰ ਦਾ ਸਿਲਾਈ ਹੱਕ ਲਵੋ। ਬੈਲਟ ਲਈ 1 ਸੈਂਟੀਮੀਟਰ ਦਾ ਸਿਲਾਈ ਹੱਕ ਲਵੋ। ਜਿਹੜੀਆਂ ਅਸੀਂ ਕਲੀਆਂ ਜੋੜਨੀਆਂ ਹੈ ਉਹਦੇ ਵਾਸਤੇ ਸਾਨੂੰ 1.5 ਸੈਂਟੀਮੀਟਰ ਦਾ ਸਿਲਾਈ ਹੱਕ ਲੈਣਾ ਚਾਹੀਦਾ ਹੈ ਤੇ ਜਿਹੜੀ ਅਸੀਂ ਬੈਲਟ ਜੋੜਨੀ ਹੈ ਉਹ ਅਸੀਂ 1 ਸੈਂਟੀਮੀਟਰ ਦਾ ਸਿਲਾਈ ਹੱਕ ਲੈਣਾ ਹੈ ਤੇ ਹੇਠਾਂ ਲਈ 1.5 ਸੈਂਟੀਮੀਟਰ ਸਿਲਾਈ ਹੱਕ ਫਰਿਲ ਜੋੜਨ ਲਈ ਲਵਾਂਗੇ। ਹੁਣ ਇੱਥੇ ਫੱਟਾ ਨਹੀਂ ਭੰਨਣਾ, ਅਸੀਂ ਫਰਿਲ ਜੋੜਨੀ ਹੈ, ਐਸ ਕਰਕੇ ਸਾਡੇ ਕਿਨਾਰਿਆਂ ਵਿੱਚ 1.5 ਸੈਂਟੀਮੀਟਰ ਜਿਹੜਾ ਅੱਧਾ ਇੰਚ ਦੇ ਬਰਾਬਰ ਹੁੰਦਾ ਹੈ ਉਨਾ ਹੀ ਸਿਲਾਈ ਹੱਕ ਅਸੀਂ ਫਰਿਲ ਜੋੜਨ ਲਈ ਲਵਾਂਗੇ। ਸਟੈਪ ਨੰਬਰ 3, ਲਗਾਏ ਗਏ ਨਿਸ਼ਾਨਾਂ ਉੱਪਰ ਕੈਂਚੀ ਨਾਲ ਕਟਾਈ ਕਰੋ। ਜਿਹੜੇ ਵੀ ਅਸੀਂ ਮਾਰਕਿੰਗ ਕੀਤੀਆਂ ਨੇ ਲੇਆਊਟ ਨੂੰ ਵੇਖ ਕੇ 1/4 ਸਕੇਲ ਤੇ ਜਿਹੜਾ ਅਸੀਂ ਲੇਆਊਟ ਕੀਤਾ ਸੀ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਏ ਉਸੇ ਤਰ੍ਹਾਂ ਹੀ ਆਪਣੇ ਵੱਡੇ ਪੈਟਰਨਸ ਨੂੰ, ਵੱਡੇ ਸਕੇਲ ਦੇ ਪੈਟਰਨਸ ਨੂੰ ਕੱਪੜੇ ਉੱਤੇ ਵਿਛਾ ਕੇ ਲੋੜੀਂਦਾ ਸਿਲਾਈ ਹੱਕ ਲੈ ਕੇ ਤੇ ਜਿਹੜੀ ਸਿਲਾਈ ਰੇਖਾ ਹੁੰਦੀ ਹੈ ਉਹਨੂੰ ਛੱਡ ਕੇ ਜਿਹੜੀ ਕਟਾਈ ਰੇਖਾ ਹੈ ਉੱਤੇ ਅਸੀਂ ਕੈਂਚੀ ਚਲਾ ਦੇਣੀ ਹੈ ਤੇ ਸਾਡੀ ਕਟਿੰਗ ਜਿਹੜੀ ਹੈ ਪੂਰੀ ਹੋ ਜਾਏਗੀ। ਸੂਇੰਗ ਇੰਸਟਰਕਸ਼ਨਸ। ਹੁਣ ਅਸੀਂ ਕਟਾਈ ਕਰ ਲਈ ਹੈ। ਕਟਾਈ ਤੋਂ ਬਾਅਦ ਸਾਡਾ ਜਿਹੜਾ ਅਗਲਾ ਸਟੈਪ ਆਏਗਾ ਉਹ ਸੀ ਪੇਟੀਕੋਟਸ ਦੀ ਸਟਿਚਿੰਗ। ਕਲੀਆਂ ਦੀ ਕਟਾਈ ਤੋਂ ਬਾਅਦ ਸੂਇੰਗ ਇੰਸਟਰਕਸ਼ਨਸ ਇਦਾਂ ਹੈ। ਸਟੈਪ ਨੰਬਰ 1, ਕਲੀਆਂ ਦੀ ਕਟਾਈ ਤੋਂ ਬਾਅਦ ਡਾਰਟਸ ਦੀ ਸਿਲਾਈ ਕਰ ਲਈ ਜਾਂਦੀ ਹੈ। ਹੁਣ ਦੇਖੋ ਇਹਦੇ ਚ ਡਾਰਟਸ ਦੀ ਸਿਲਾਈ ਕਰਨ ਤੋਂ ਪਹਿਲੇ ਕੀ ਕਰਨਾ ਹੈ ਕਿ ਜਦੋਂ ਅਸੀਂ ਕਟਾਈ ਕਰਦੇ ਹੁੰਦੇ ਆ ਉਸ ਦੇ ਜਿਹੜੇ ਡਾਰਟਸ ਹੈ ਟ੍ਰੇਸਿੰਗ ਵੀਲ ਦੇ ਨਾਲ ਸਾਰੇ ਲੀਅਰਸ ਦੇ ਉੱਤੇ ਅਸੀਂ ਜਿਹੜੇ ਹੈ ਉਹ ਮਾਰਕ ਕਰ ਲੈਣੇ ਹੈ ਤਾਂ ਕਿ ਜਦੋਂ ਅਸੀਂ ਸਿਲਾਈ ਕਰੀਏ ਤੇ ਸਾਨੂੰ ਇਹ ਮੁਸ਼ਕਲ ਨਾ ਆਏ, ਸਾਨੂੰ ਡਾਰਟਸ ਜਿਹੜੇ ਦਿਖਾਈ ਦੇਣ ਪ੍ਰੋਪਰਲੀ। ਤੇ ਡਾਰਟਸ ਨੂੰ ਸਟਿਚ ਕਰਨ ਦਾ ਕੀ ਤਰੀਕਾ ਹੁੰਦਾ ਹੈ, ਉਹਨੂੰ ਟੇਪਰ ਸਟਿਚ ਕਰੀਦਾ ਹੈ। ਉਹ ਉੱਤੋਂ ਚੌੜਾ ਹੁੰਦਾ ਹੈ, ਨੀਚੇ ਜਾ ਕੇ ਨੈਰੋ ਹੁੰਦਾ ਹੈ। ਉੱਤੋਂ ਸੀਨ ਲਗਾਉਂਦੇ ਹੋਏ ਅਸੀਂ ਨੀਚੇ ਤੱਕ ਲੈ ਕੇ ਜਾਣੀ ਹੈ ਤੇ 1 ਇੰਚ ਦਾ ਧਾਗਾ ਥੱਲੇ ਛੱਡ ਦੇਣਾ ਤੇ 1 ਇੰਚ ਦਾ ਧਾਗਾ ਹੀ ਉੱਤੇ ਛੱਡ ਦੇਣਾ। ਉਸ ਤੋਂ ਬਾਅਦ ਉਸ ਧਾਗੇ ਨੂੰ ਅਲੱਗ-ਅਲੱਗ ਕਰਕੇ ਤੇ ਉਹਦੇ ਵਿੱਚ ਗੰਢ ਮਾਰ ਦੇਣੀ ਹੈ ਤਾਂ ਕਿ ਸਾਡਾ ਜਿਹੜਾ ਡਾਰਟ ਹੈ ਉਹ ਸਿਕਿਉਰ ਹੋ ਜਾਏ, ਉਹ ਉਧੜੇ ਨਾ। ਇਸ ਤਰ੍ਹਾਂ ਅਸੀਂ ਡਾਰਟ ਦੀ ਸਿਲਾਈ ਕਰਨੀ ਹੈ। ਸਟੈਪ ਨੰਬਰ 2, ਕਲੀਆਂ ਨੂੰ ਆਪਸ ਵਿੱਚ ਫਰੰਟ ਸੀਮ ਗੁੰਮ ਸਿਲਾਈ ਲਗਾ ਕੇ ਜੋੜਿਆ ਜਾਂਦਾ ਹੈ। ਹੁਣ ਗੁੰਮ ਸਿਲਾਈ ਵਾਸਤੇ ਕੀ ਕਰਨਾ ਹੈ, ਕਲੀਆਂ ਦਾ ਸਿੱਧਾ ਪਾਸਾ ਡਾਰਟਸ ਲਗਾਉਣ ਤੋਂ ਬਾਅਦ ਕਲੀਆਂ ਦਾ ਜਿਹੜਾ ਸਿੱਧਾ ਪਾਸਾ ਹੈ ਉੱਥੇ ਇੱਕ ਵਾਰੀ ਸਿਲਾਈ ਲਗਾਣੀ ਹੈ। ਉੱਥੇ ਅਸੀਂ ਸਿਰਫ 2-2 ਪੁਆਇੰਟ ਤੇ ਅਸੀਂ ਸਿਲਾਈ ਲਗਾਣੀ ਹੈ। ਉਸ ਤੋਂ ਬਾਅਦ ਕਲੀਆਂ ਨੂੰ ਪੁੱਠਾ ਕਰ ਦੇਣਾ ਹੈ। ਉਸ ਤੋਂ ਬਾਅਦ ਅਸੀਂ ਫੇਰ ਸਿਲਾਈ ਲਗਾਣੀ ਹੈ। ਜਿਹੜੀ ਸਾਡੀ ਪਿੱਛੇ ਹੋਏਗੀ ਉਹ ਸਾਡੀ ਗੁੰਮ ਸਿਲਾਈ ਆਏਗੀ। ਇਹ ਹੁੰਦੀ ਹੈ ਗੁੰਮ ਸਿਲਾਈ ਤੇ ਗੁੰਮ ਸਿਲਾਈ ਦੇ ਨਾਲ ਹੀ ਅਸੀਂ ਇਹਨੂੰ ਫਿਨਿਸ਼ ਕਰਨਾ ਹੈ। ਕਲੀਆਂ ਜੋੜਦੇ ਸਮੇਂ ਇੱਕ ਸਿੱਧੀ ਅਤੇ ਇੱਕ ਉਰੇਬ ਨੂੰ ਜੋੜਿਆ ਜਾਂਦਾ ਹੈ। ਜਦੋਂ ਵੀ ਪੇਟੀਕੋਟ ਦੀਆਂ ਕਲੀਆਂ ਜੁੜਦੀਆਂ ਨੇ ਇਹ ਬਹੁਤ ਧਿਆਨ ਦੇਣ ਜੋ ਗੱਲ ਹੈ, ਇੱਕ ਉਰੇਬ ਹੁੰਦੀ ਹੈ ਤੇ ਇੱਕ ਜਿਹੜੀ ਹੈ ਕਲੀ ਸਿੱਧੀ ਹੁੰਦੀ ਹੈ। ਇਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ ਹੈ ਤੇ ਧਿਆਨ ਦਿੱਤਾ ਜਾਵੇ ਕਿ ਜਦੋਂ ਅਸੀਂ ਇਹਨੂੰ ਜੋੜਨਾ ਹੈ ਤੇ ਖਿੱਚ ਕੇ ਨਹੀਂ ਜੋੜਨਾ। ਜੇ ਅਸੀਂ ਖਿੱਚ ਕੇ ਜੋੜਾਂਗੇ ਤੇ ਕਲੀਆਂ ਵੱਡੀਆਂ ਛੋਟੀਆਂ ਹੋ ਜਾਣਗੀਆਂ ਤੇ ਸਾਡੀ ਜਿਹੜੀ ਹੈ ਜਿਹੜੀ ਸਟਿਚਿੰਗ ਹੈ ਉਹ ਖਰਾਬ ਹੋ ਜਾਏਗੀ। ਇਸ ਕਰਕੇ ਧਿਆਨ ਰੱਖਿਆ ਜਾਏ ਕਿ ਇੱਕ ਸਿੱਧੀ ਤੇ ਇੱਕ ਉਰੇਬ ਹੀ ਕਲੀ ਲੈਣੀ ਚਾਹੀਦੀ ਹੈ। ਸਟੈਪ ਨੰਬਰ 3, ਖੱਬੇ ਪਾਸੇ ਪਲੈਕਟ ਸਿਲਾਈ ਕਰ ਲਈ ਜਾਂਦੀ ਹੈ। ਜਿਹੜਾ ਖੱਬਾ ਪਾਸਾ ਹੈ ਉੱਥੇ ਪਲੈਕਟ ਲਗਾਈ ਜਾਂਦੀ ਹੈ। ਉਹ ਪਲੈਕਟ 2 ਪੀਸ ਵੀ ਹੋ ਸਕਦੀ ਹੈ। 2 ਪੀਸ ਮਤਲਬ 2 ਪੱਟੀਆਂ ਲਗਾ ਕੇ ਵੀ ਜੋੜੀ ਜਾ ਸਕਦੀ ਹੈ। ਇੱਕ ਅੰਦਰ ਕਰ ਦਈਦੀ ਹੈ ਤੇ ਪੱਟੀ ਇੱਕ ਵਧਾਵੀਂ ਰੱਖ ਦਈਦੀ ਹੈ, 1 ਇੰਚ ਤੱਕ ਵੱਡੀ ਹੈ, 2.5 ਸੈਂਟੀਮੀਟਰ ਤੱਕ ਵਧਾਵੀਂ ਰੱਖ ਦਈਦੀ ਹੈ। ਹੁਣ ਜਿਹੜੀ ਪਲੈਕਟ ਹੈ 2 ਪੀਸ ਵੀ ਲਗਾਈ ਜਾ ਸਕਦੀ ਹੈ, ਕੰਟੀਨਿਊਸ ਪਲੈਕਟ ਵੀ ਲਗਾਈ ਸਕਦੀ ਹੈ। ਕੰਟੀਨਿਊਸ ਪਲੈਕਟ ਦੇ ਵਿੱਚ ਕੀ ਹੁੰਦਾ, ਜਿੱਥੇ ਅਸੀਂ ਪਲੈਕਟ ਲਗਾਉਣੀ ਹੁੰਦੀ ਹੈ ਉਹਨੂੰ ਅਸੀਂ ਮਾਪ ਲੈਂਦੇ ਹਾਂ ਤੇ ਉਹਦੇ ਮਾਪ ਤੋਂ ਥੋੜੀ ਕੁ ਵੱਧ ਲੈ ਕੇ 1 ਇੰਚ ਵੱਧ ਲੈ ਕੇ ਅਸੀਂ ਪੱਟੀ ਕੱਟ ਲੈਂਦੇ ਹਾਂ ਤੇ ਉਸ ਤੋਂ ਬਾਅਦ ਕੰਟੀਨਿਊਸਲੀ ਉਹਨੂੰ ਬਿਨਾਂ ਕਿਸੇ ਜੋੜ ਤੋਂ ਲਗਾਉਂਦੇ ਹਾਂ ਤੇ ਉਹਦੀ ਇੱਕ ਸਾਈਡ ਅੰਦਰ ਨੂੰ ਕਰ ਦਿੰਦੇ ਹਾਂ ਤੇ ਦੂਸਰੀ ਸਾਈਡ ਵਧਾਵੀਂ ਜਿੱਥੇ ਅਸੀਂ ਪਲੈਕਟ ਦੇ ਉੱਤੇ ਹੁੱਕਾਂ ਦੀਆਂ ਆਈਆਂ ਬਣਾਉਣੀਆਂ ਨੇ ਉਹ ਬਣਾ ਦਿੰਦੇ ਹਾਂ। ਸਟੈਪ ਨੰਬਰ 4, ਇਸ ਪੜਾਅ ਤੋਂ ਬਾਅਦ ਬੈਲਟ ਨੂੰ ਕਮਰ ਉੱਪਰ ਸਿਲਾਈ ਕਰਕੇ ਜੋੜ ਲਿਆ ਜਾਂਦਾ ਹੈ।
ਇਸ ਤੋਂ ਬਾਅਦ ਕੀ ਜਦੋਂ ਸਾਡੀ ਪਲੈਕਟ ਲੱਗ ਗਈ, ਜਦੋਂ ਸਾਡੀ ਕਲੀਆਂ ਜੁੜ ਗਈਆਂ ਤੇ ਡਾਟਸ ਬਣ ਗਏ, ਤੇ ਉਸ ਤੋਂ ਬਾਅਦ ਅਗਲਾ ਸਟੈਪ ਸਾਡਾ ਕਿਹੜਾ ਵੈ ਕਿ ਅਸੀਂ ਜਿਹੜੀ ਉੱਤੇ ਬੈਲਟ ਦੇ ਜਿਹੜੇ ਸਿਲਾਈ ਹੱਕ ਹੈ ਤੇ ਜਿਹੜਾ ਅਸੀਂ ਉੱਤੇ ਨੇਫਾ ਬਣਾਉਣਾ ਵੈ ਉਹ ਵਾਲੀ ਬੈਲਟ ਅਸੀਂ ਜੋੜ ਦੇਣੀ ਹੈ। ਨੇਫੇ ਤੋਂ ਪਹਿਲੇ ਜਿਹੜੇ ਨੇਫਾ ਬਣਾਉਣ ਵਾਲੀ ਜਿਹੜੀ ਬੈਲਟ ਹੈਗੀ ਹੈ ਉਹਨਾਂ ਦੀਆਂ ਸਾਈਡਾਂ ਪਹਿਲੇ ਫਿਨਿਸ਼ ਕਰ ਲੈਣੀ ਹੈ, ਉਸ ਤੋਂ ਬਾਅਦ ਉਹਨੂੰ ਬੈਲਟ ਨੂੰ ਉੱਤੇ ਕਮਰ ਨਾਲ ਜੋੜ ਦੇਣਾ ਹੈ। ਸਟੈਪ ਨੰਬਰ 5, ਆਖਿਰ ਤੇ ਪੇਟੀਕੋਟ ਦੇ ਹੇਠਾਂ ਕਿਨਾਰਿਆਂ ਨੂੰ ਪਲੀਟਡ ਫਰਿਲ ਨਾਲ ਫਿਨਿਸ਼ ਕੀਤਾ ਜਾਂਦਾ ਹੈ। ਹੁਣ ਅਖੀਰ ਤੇ ਇੱਕੋ ਹੀ ਕੰਮ ਰਹਿ ਗਿਆ ਹੈ ਕਿ ਜਿਹੜੇ ਪੇਟੀਕੋਟ ਦੇ ਨੀਚੇ ਵਾਲੇ ਕਿਨਾਰੇ ਹੁੰਦੇ ਨੇ, ਜਿੱਥੇ ਜਿਹੜੇ ਪੈਰਾਂ ਵਾਲੇ ਕਿਨਾਰੇ, ਪੈਰਾਂ ਵਾਲਾ ਜਿਹੜਾ ਹਿੱਸਾ ਹੁੰਦਾ ਵੈ, ਉਹਨੂੰ ਅਸੀਂ ਕੀ ਕਰਨਾ ਹੈ ਕਿ ਪਲੀਟਡ ਫਰਿਲ ਦੇ ਨਾਲ, ਪਲੀਟਡ ਫਰਿਲ ਵੀ ਯੂਜ਼ ਕਰ ਸਕਦੇ ਹਾਂ ਅਸੀਂ, ਗੈਦਰਸ ਵਾਲੀ ਫਰਿਲ ਵੀ ਯੂਜ਼ ਕਰ ਸਕਦੇ ਹਾਂ, ਚੁੰਟਾ ਪਾ ਕੇ ਵੀ ਕਰ ਸਕਦੇ ਹਾਂ, ਤੇ ਉਹਦੇ ਨਾਲ ਅਸੀਂ ਫਿਨਿਸ਼ ਕਰਨਾ ਹੈ। ਸਭ ਤੋਂ ਪਹਿਲੇ ਕੀ ਕਰਨਾ ਹੈ, ਜਿਹੜੇ ਪਲੀਟਡ ਫਰਿਲ ਦਾ ਜਿਹੜਾ ਕੱਪੜਾ ਹੈ ਉਹਦੇ ਨੀਚੇ ਵਾਲੇ ਹਿੱਸੇ ਨੂੰ ਅਸੀਂ ਉਲੇੜ ਦੇਣਾ ਹੈ, ਸਿਲਾਈ ਲਗਾ ਦੇਣੀ ਹੈ, ਸਿਲਾਈ ਦੇ ਨਾਲ ਉਹਨੂੰ ਪਲੇਨ ਸੀਨ ਲਗਾ ਕੇ ਫਿਨਿਸ਼ ਕਰ ਲੈਣਾ ਹੈ, ਤੇ ਫਿਰ ਨਾਲ ਦੇ ਨਾਲ ਹੀ ਪਲੀਟ ਪਾਉਂਦੇ ਹੋਏ ਅਸੀਂ ਨੀਚੇ ਹੇਠਾਂ ਨੂੰ ਜਿਹੜਾ ਪੇਟੀਕੋਟ ਦਾ ਹੇਠਲਾ ਹਿੱਸਾ ਹੈ ਉਸਨੂੰ ਅਸੀਂ ਫਿਨਿਸ਼ ਕਰ ਦੇਣਾ ਹੈ। ਹਾਂਜੀ, ਕੋਈ ਕੁਐਰੀਜ਼ ਹੈ ਤੇ ਪਲੀਜ਼। ਕਿਸੇ ਦੀਆਂ ਕੋਈ ਕੁਐਸਚਨਸ ਹੈਗੇ ਆ ਉਹ ਮੈਨੂੰ ਪੁੱਛੋ ਤੁਸੀਂ ਪਾਰਟਿਸਿਪੈਂਟਸ। ਮੈਮ ਜੋ ਤੁਸੀਂ ਡਰਾਫਟਿੰਗ ਕੀਤੀ ਹੈ ਮੈਮ ਉਹ ਕਿਹੜੇ ਸਕੇਲ 'ਚ ਕੀਤੀ ਹੈ? ਮੈਂ 1:10 ਸਕੇਲ ਦੇ ਵਿੱਚ ਡਰਾਫਟਿੰਗ ਕੀਤੀ ਹੈ। ਠੀਕ ਹੈ ਮੈਮ। ਮੈਮ ਲੇਆਊਟ ਵੀ 1:10 'ਚ? ਹਾਂ, ਲੇਆਊਟ ਵੀ 1:10 'ਚ ਕੀਤਾ ਹੈ, ਪਰ ਇਹਨੂੰ ਸੈੱਟ ਕਰਨ ਵਾਸਤੇ ਸਲਾਈਡ ਦੇ ਵਿੱਚ ਥੋੜਾ ਜਿਹਾ ਅਸੀਂ ਇਹਨੂੰ ਘਟਾਇਆ ਹੈ। ਠੀਕ ਹੈ। ਹਾਂਜੀ, ਥੈਂਕ ਯੂ ਮੈਮ। ਹਾਂਜੀ ਹਾਂਜੀ, ਕਿਸੇ ਦੇ ਕੁਐਸਚਨਸ ਹੈ ਤੇ ਪੁੱਛੋ ਮੈਨੂੰ ਪਾਰਟਿਸਿਪੈਂਟਸ। ਹੈਲੋ ਮੈਮ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਮ ਜਿਹੜਾ 6 ਕਲੀਆਂ ਵਾਲਾ ਦੱਸਿਆ ਤੁਸੀਂ ਪੇਟੀਕੋਟ, ਉਹਦੇ ਵਿੱਚ ਫਰੰਟ ਵਾਲੀ ਜਿਹੜੀ ਕਲੀ ਹੁੰਦੀ ਹੈ ਉਹ ਵੱਡੀ ਹੁੰਦੀ ਹੈ ਤੇ ਸਾਈਡਾਂ ਵਾਲੀਆਂ ਛੋਟੀਆਂ ਹੁੰਦੀਆਂ? ਨਹੀਂ, ਐਸਾ ਕੁਝ ਨਹੀਂ ਹੁੰਦਾ। ਫਰੰਟ ਵਾਲੀ ਵੱਡੀ ਹੁੰਦੀ ਤੇ ਸਾਈਡਾਂ ਵਾਲੀਆਂ ਛੋਟੀਆਂ ਹੁੰਦੀਆਂ, ਐਸਾ ਕੁਝ ਨਹੀਂ ਹੁੰਦਾ। ਅਸੀਂ ਦੇਖੋ ਨਾ, ਜਦੋਂ ਅਸੀਂ ਮਾਪ ਦੇ ਵਿੱਚ ਲੰਬਾਈ ਪੂਰੀ ਲਿੱਤੀ ਹੈ ਤੇ ਕਲੀਆਂ ਸਾਰੀਆਂ ਬਰਾਬਰ ਹੋਣਗੀਆਂ ਤੇ ਅਸੀਂ ਜੋੜਾਂਗੇ ਨਾ। ਨਹੀਂ ਮੈਮ, ਚੌੜਾਈ 'ਚ? ਹਾਂ, ਚੌੜਾਈ ਦੇ ਵਿੱਚ ਜਿਹੜਾ 6, ਹਾਂ ਹਾਂਜੀ, ਚੌੜਾਈ ਦੇ ਵਿੱਚ ਜਿਹੜਾ 6 ਕਲੀਆਂ ਵਾਲਾ ਪੇਟੀਕੋਟ ਹੈ ਉਹਦੇ 'ਚ ਡਿਫਰੈਂਸ ਹੁੰਦਾ ਹੈ, ਉਹਦੇ 'ਚ ਡਿਫਰੈਂਸ ਹੁੰਦਾ ਹੈ। ਹਾਂਜੀ। ਤੇ ਮੈਮ ਜਿਹੜਾ 4 ਕਲੀਆਂ ਵਾਲਾ ਉਹ ਇਕੁਅਲ ਹੁੰਦੀਆਂ ਚਾਰੋਂ? ਹਾਂ, ਚਾਰੋਂ ਕਲੀਆਂ ਇਕੁਅਲ ਹੁੰਦੀਆਂ ਤੇ ਉਹਨੂੰ ਫ੍ਰੈਂਚ ਸੀਮ ਦੇ ਨਾਲ ਹੀ ਜੋੜਿਆ ਜਾਂਦਾ ਹੈ। ਓਕੇ ਮੈਮ, ਹਾਂਜੀ 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 ਹਾਂਜੀ। ਹੋਰ ਕੁਐਸਚਨਸ? ਜਿਹੜਾ ਮੈਮ 6 ਕਲੀਆਂ ਵਾਲਾ ਪੇਟੀਕੋਟ ਹੁੰਦਾ ਹੈ ਉਹਦੇ ਵਿੱਚ ਆਪਾਂ ਸਿੱਧੀ ਦੇ ਨਾਲ ਸਿੱਧੀ ਕਲੀ ਨੂੰ ਜੋੜਦੇ ਹਾਂ? 6 ਕਲੀਆਂ ਵਾਲਾ ਜਾਂ ਪੇਟੀਕੋਟ ਹੈ, ਭਾਵੇਂ ਉਹ ਜਿਹੜਾ ਤੁਹਾਡਾ 4 ਕਲੀਆਂ ਵਾਲਾ ਪੇਟੀਕੋਟ ਹੈ, ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਉਰੇਬ ਕਲੀ ਦੇ ਨਾਲ ਸਿੱਧੀ ਕਲੀ ਜੋੜਨੀ ਚਾਹੀਦੀ ਹੈ। ਉਰੇਬ ਪਾਸਾ ਜਿਹੜਾ ਹੁੰਦਾ ਬਾਇਸ ਤੇ ਉਹਨੂੰ ਅਸੀਂ ਸਿੱਧੇ ਪਾਸੇ ਦੇ ਨਾਲ ਜੋੜਦੇ ਹਾਂ। ਹਾਂਜੀ ਹਾਂਜੀ, ਹੋਰ ਕਿਸੇ ਦੇ ਕੁਐਸਚਨਸ ਹੈ ਤੇ? ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜਾ ਜੀ ਤੁਸੀਂ ਆ ਪੇਟੀਕੋਟ ਬਣਾਇਆ ਜੀ, ਹਾਂਜੀ ਹਾਂਜੀ। ਮੈਮ ਇਹਦੀ ਬੈਲਟ ਕਿੰਨੇ ਦੀ ਲਗਾਉਣੀ ਚਾਹੀਦੀ ਹੈ ਜੀ? ਬੈਲਟ ਜਿਹੜੀ ਹੁੰਦੀ ਹੈ ਉਹਦਾ ਫਾਰਮੂਲਾ ਹੁੰਦਾ ਹੈ 4 ਸੈਂਟੀਮੀਟਰ। ਜੇ ਅਸੀਂ ਬੈਲਟ ਦੀ ਲੰਬਾਈ ਲਿੱਤੀ ਹੈ, ਠੀਕ ਹੈ, 4 ਸੈਂਟੀਮੀਟਰ ਦੇ ਵਿੱਚ ਅਸੀਂ ਬਾਕੀ ਸਿਲਾਈ ਹੱਕ ਪਾ ਲੈਂਦੇ ਹਾਂ। 4 ਸੈਂਟੀਮੀਟਰ ਸਾਡੀ ਜਿਹੜੀ ਬੈਲਟ ਦੀ ਲੰਬਾਈ ਹੁੰਦੀ ਹੈ, 4 4 8 8 ਤੇ 9 9.5, ਹਾਂ 9.5 ਤੱਕ ਅਸੀਂ ਪੱਟੀ ਚੌੜੀ ਕੱਟਣੀ ਹੈ ਤੇ ਜਿੰਨੀ ਕਮਰ ਹੈ, ਹਿੱਪ ਹੈ, ਉਹਦਾ ਦੂਸਰਾ ਹਿੱਸਾ ਕੱਢਣਾ ਹੈ। ਠੀਕ ਹੈ ਜੀ। ਤੇ ਹਾਂਜੀ ਫਰਿੱਲ? ਹਾਂਜੀ। ਫਰਿੱਲ ਜਿਹੜੀ ਹੁੰਦੀ, ਫਰਿੱਲ ਤੁਹਾਡੇ ਤੇ ਡਿਪੈਂਡ ਕਰਦੀ ਹੈ, ਤੁਸੀਂ ਜ਼ਿਆਦਾ ਘਣੀ ਫਰਿੱਲ ਪਾਣੀ ਲਾਉਣਾ ਚਾਹੁੰਦੇ ਹੋ, ਜ਼ਿਆਦਾ ਮਤਲਬ ਬਰਾਊਨਸ ਵਾਲੀ ਫਰਿੱਲ ਲਾਉਣਾ ਚਾਹੁੰਦੇ ਹੋ ਕਿ ਘੱਟ ਹਾਂਜੀ। ਫਰਿੱਲ ਲਾਉਣਾ ਚਾਹੁੰਦੇ ਹੋ, ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਫਰਿੱਲ ਲਗਾਉਣਾ ਚਾਹੁੰਦੇ ਹੋ। ਭਾਰੀ ਲਗਾ ਰਹੇ ਹੋ ਤੇ ਉਹਦੇ 'ਚ ਕੱਪੜਾ ਜ਼ਿਆਦਾ ਲੱਗੇਗਾ, ਜਿਹੜੀ ਹਲਕੀ ਫਰਿੱਲ ਹੋਏਗੀ ਉਹ 'ਚ ਕੱਪੜਾ ਘੱਟ ਲੱਗੇਗਾ। ਜਿਹੋ ਜਿਹਾ ਤੁਹਾਡੇ ਕੋਲ ਕੱਪੜਾ ਆਏ ਤੁਸੀਂ ਉਹਦੇ ਅਕੋਰਡਿੰਗਲੀ ਡਿਜ਼ਾਈਨ ਕਰ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ ਮੈਮ। ਹਾਂਜੀ ਹਾਂਜੀ।
ਮੈਮ ਤੁਸੀਂ ਨੈਕਸਟ ਟਾਈਮ ਸਾਨੂੰ ਪੈਂਟ ਦੇ ਬਾਰੇ ਕੁਝ ਦੱਸ ਸਕਦੇ ਹੋ ਜੀ? हाँ जी, इस लेक्चर तो बाद पेंट का लेक्चर है जी। इस लेक्चर तो बाद जिहड़ा वै 10 ਤੋਂ 11 पेंट का लेक्चर है जी, वो प्लीज अटेंड करो तुसी सारे, तुहानू काफी नॉलेज मिलेगी उस लेक्चर तो। हेलो मैम। हाँ जी, गुड हाँ मॉर्निंग जी, मैम। गुड मॉर्निंग जी। मैम मैंने 6 पैनल पेटीकोट के बारे में पूछना था। हाँ जी, पूछिए। वो जो आपने हिप का 12वां हिस्सा और हिप का 6वां वो फॉर्मूला है? हाँ जी, हाँ जी, मतलब वो 6 पैनल पेटीकोट में यूज करते हैं हिप का 12वां हिस्सा? हाँ जी, हाँ जी, वो 6 पैनल पेटीकोट में उसकी ड्राफ्टिंग अलग होती है 4 पैनल पेटीकोट से। उसमें फॉर्मूलाज जो होते हैं वो अलग लगाते हैं, क्योंकि 6 पैनल में 6 कलियां निकालनी होती हैं हाँ और जी। 4 कलियां निकालनी होती है। मैं ड्राफ्ट आपको दिखा भी रही हूँ, आप देखो यहाँ से। हाँ देखो जी, 3 हाँ जी, जो है वो हिप का 6वां हिस्सा किया है हमने, 0 हाँ से जी। स्टार्ट जो है हिप का 12वां हिस्सा किया है। मैम वो जो 15 से 10 वो प्लीट के लिए रखा है ना? ये 15 से 10 हमने प्लीट के लिए रखा है। उसकी प्लीट की जो प्लीट नहीं होता, इसको डार्ट कहते हैं, डार्ट के लिए हमने रखा है 15 से 10। हाँ जी, ओके, ठीक है मैम, थैंक यू मैम। से अब हमने इसमें डार्ट निकालना है तो 0 से 10 हम लेते हैं हिप का 8वां हिस्सा। ठीक है जी, हाँ जी, हाँ जी, ओके, थैंक यू मैम। हाँ जी, हाँ जी, थैंक यू जी। जी ਹੋਰ ਕਿਸੇ ਦੇ ਕੁਐਸਚਨਸ ਆਏ ਤੇ ਪਲੀਜ਼ ਦੱਸੋ ਮੈਨੂੰ। हेलो। हाँ जी हेलो। मैम, आपने बहुत ही अच्छा करवाया है, गुड जॉब मैम। हेलो हेलो हेलो, हाँ जी, हेलो। हाँ जी, हाँ जी मैम। हेलो ਹੈਲੋ, हाँ जी मैम, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਸੀਂ ਅੱਜ ਤੋਂ ਬਾਅਦ ਪੈਂਟ ਦੀ ਕਲਾਸ ਤੋਂ ਬਾਅਦ ਤੁਸੀਂ ਪਜਾਮੇ ਕੁੜਤੇ ਦੀ ਦੱਸ ਸਕਦੇ ਜੋ? ਬੱਚੇ ਮੈਂ ਕੁੜਤਾ ਪਹਿਲੇ ਡਿਸਕਸ ਕਰ ਚੁੱਕੀ ਹਾਂ, ਕੁੜਤੇ ਦੀ ਡਰਾਫਟਿੰਗ ਡਿਸਕਸ ਹੋ ਚੁੱਕੀ ਹੈ ਤੇ ਜੇ ਹੋ ਹਾਂ। ਸਕੇਗਾ ਤੇ ਅਸੀਂ ਤੁਹਾਨੂੰ ਦੁਬਾਰਾ ਦੱਸ ਦਵਾਂਗੇ। ਪਜਾਮੇ ਦੀ ਵੀ ਹੋ ਚੁੱਕੀ ਹੈ, ਪਿੱਛੇ ਮੈਮ ਨੇ ਦਿੱਤੀ ਹੈ ਪਜਾਮਿਆਂ ਦੇ ਉੱਤੇ ਡਰਾਫਟਿੰਗ ਬਹੁਤ ਵਧੀਆ। ਹਾਂਜੀ ਮੈਮ, ਮੈਂ ਉਹ ਕਲਾਸ ਨਹੀਂ ਲਗਵਾਈ, ਫਿਰ ਇੱਕ ਵਾਰੀ ਦੱਸ ਦੋਗੇ? ਹਾਂਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੁਐਰੀਜ਼ ਨੂੰ ਸੋਲਵ ਕੀਤਾ ਜਾ ਸਕੇ। ਅੱਜ ਜਿਹੜੀ ਅਸੀਂ ਕਲਾਸ ਲਗਾਈ ਹੈ, ਅਸੀਂ ਇਹ ਦੁਬਾਰਾ ਹੀ ਲਗਾਈ ਹੈ, ਡਿਮਾਂਡ ਦੇ ਉੱਤੇ ਲਗਾਈ ਹੈ ਕਲਾਸ। ਹਾਂਜੀ, ਹਾਂਜੀ, ਥੈਂਕ ਯੂ ਮੈਮ। ਹਾਂਜੀ, ਥੈਂਕ ਯੂ। ਮੈਮ ਅੱਜ ਹੀ ਪੈਂਟ ਬਾਰੇ ਦੱਸਣਾ ਹੈ ਤੁਸੀਂ ਨੇ? ਹਾਂਜੀ, ਅੱਜ ਹੀ ਅਸੀਂ ਪੈਂਟ ਬਾਰੇ ਅਗਲਾ ਲੈਕਚਰ ਜਿਹੜਾ ਹੈਗਾ ਪੈਂਟ ਦਾ ਹੈਗਾ 10 ਤੋਂ 11 ਤੇ ਤੁਸੀਂ ਉਹ ਜ਼ਰੂਰ ਅਟੈਂਡ ਕਰੋ। ਤੇ ਮੈਮ ਉਹਦਾ ਲਿੰਕ ਵਗੈਰਾ ਜੀ? ਹਾਂਜੀ, ਲਿੰਕ ਤੁਹਾਨੂੰ ਮਿਲਿਆ ਨਹੀਂ ਹਾਲੇ ਲਿੰਕ? ਤੁਸੀਂ हाँ ਕਿਹੜੀ? जी मैम, दीदी आ चुका है, अपने ग्रुप से आ चुका है। ਹਾਂਜੀ, ਆ ਚੁੱਕਾ ਹੈ, ਬਸ ਤੁਸੀਂ ਉੱਥੋਂ ਲਿੰਕ ਲੈ ਲਓ, ਨਹੀਂ ਤਾਂ ਤੁਸੀਂ ਪਰਸਨਲੀ ਮੈਨੂੰ WhatsApp ਕਰੋ ਤੇ ਮੈਂ ਤੁਹਾਨੂੰ ਲਿੰਕ ਭੇਜ ਦਿੰਦੀ ਹਾਂ। ਓਕੇ ਮੈਮ। ओके मैम, थैंक यू। ਤੁਸੀਂ WhatsApp ਦੇ ਤੋਂ ਵੀ ਮੇਰੇ ਨਾਲ ਜੋ ਵੀ ਹੈ ਕੁਐਰੀ ਸੋਲਵ ਕਰਵਾ ਸਕਦੇ ਹੋ ਆਪਣੀ। ਹਾਂਜੀ, ਇਹ ਕਿਸੇ ਨੇ ਹੱਥ ਰੇਜ਼ ਕੀਤਾ ਹੈ, ਹੈਂਡ ਰੇਜ਼ ਕੀਤਾ ਹੈ। ਹਰਪ੍ਰੀਤ ਕੌਰ ਜੀ ਨੇ ਹੱਥ ਰੇਜ਼ ਕੀਤਾ ਹੋਇਆ, ਆਪਣਾ ਹੈਂਡ ਰੇਜ਼ ਕੀਤਾ ਹੋਇਆ। ਹਾਂਜੀ ਦਵਿੰਦਰ ਕੌਰ ਬੇਟਾ ਪੁੱਛੋ, ਹੈਂਡ ਰੇਜ਼ ਕੀਤਾ ਤੁਸੀਂ, ਕੁਐਸਚਨ ਕੀ ਪੁੱਛਣਾ ਮੈਮ ਤੋਂ? ਹਾਂਜੀ, ਪੁੱਛੋ। ਹਾਂਜੀ, ਹੋਰ ਕਿਸੇ ਦੀ ਕੁਐਰੀਜ਼ ਹੈ ਤੇ ਪਲੀਜ਼ ਪੁੱਛੋ ਪਾਰਟਿਸਿਪੈਂਟਸ। है किसी दी क्वेरीज और? नो मैम। ਜੀ ਮੈਮ ਕਰੋ ਜੀ, ਫਿਰ ਆਪਾਂ ਓਵਰ ਕਰੀਏ ਜੀ। हाँ जी, हाँ जी मैम, हाँ जी, ਤੁਸੀਂ ਲਾਸਟ ਸਲਾਈਡ ਸ਼ੋ ਕਰ ਦਿਓ ਇੱਕ ਵਾਰੀ ਜੀ। हाँ जी। ਅਸੀਂ ਮਿਸ਼ਨ ਫਤਿਹ ਬਾਰੇ ਵੀ ਗੱਲ ਕਰਾਂਗੇ ਅੱਜ। ਮਿਸ਼ਨ ਫਤਿਹ ਦੇ ਵਿੱਚ ਇਹ ਹੈ ਕਿ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਮਿਸ਼ਨ ਫਤਿਹ, ਜਿਹਦਾ ਮੇਨ ਮੋਟੋ ਹੈ ਕਿ ਅਸੀਂ ਕਰੋਨਾ ਵਾਇਰਸ ਦੇ ਨਾਲ ਲੜਨਾ ਹੈ ਤੇ ਉਹਦੇ ਵਾਸਤੇ ਕੁਝ ਸਟੈਪ ਜਿਹੜੇ ਹੈ ਤੁਹਾਨੂੰ ਦੱਸੇ ਜਾ ਰਹੇ ਨੇ। ਸਟੇ ਹੋਮ, ਸਭ ਤੋਂ ਪਹਿਲੇ ਘਰ ਦੇ ਵਿੱਚ ਹੀ ਰਹੋ, ਫਾਲਤੂ ਬਾਹਰ ਜਾਣ ਦੀ ਲੋੜ ਨਹੀਂ ਹੈ।
स्टेप नंबर 2, कीप ए सेफ डिस्टेंस। सोशल डिस्टेंसिंग बनाए रखो, फिजिकल डिस्टेंसिंग बनाए रखो ताकि कोरोना वायरस की असी चपेट दे विच ना आ सके। वाश हैंड्स ऑफन, अपने हथ जिहड़े है समय समय से धोते जाओ ताकि सानू कोरोना वायरस कुछ कह ना सके। स्टेप नंबर 4, कफ कवर योर कफ। जे तुहानू छिक्कां आ रही है ਜਾਂ ਖਾਂਸੀ आ रही है ਉਹਨੂੰ टिश्यू पेपर ਦੇ ਨਾਲ ਕਿਸੇ ਹੈਂਕੀ ਦੇ ਨਾਲ ਉਹਨੂੰ ਕਵਰ ਕਰਕੇ ਰੱਖੋ। ਸਟੈਪ ਨੰਬਰ 5 ਦੇ ਵਿੱਚ ਹੈ ਜੇ ਤੁਸੀਂ ਬਿਮਾਰ ਪੈ ਗਏ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੋਰੋਨਾ ਵਾਇਰਸ ਹੋ ਗਿਆ ਜਾਂ ਮੇਰਾ ਕਫ ਵੱਧ ਗਿਆ ਹੈ ਤੇ ਤੁਸੀਂ ਹੈਲਪਲਾਈਨ ਨੰਬਰ 104 ਦੇ ਉੱਤੇ ਕੰਸਲਟ ਕਰ ਸਕਦੇ ਹੋ। ਤੁਹਾਨੂੰ ਸਾਰੀ ਜਿਹੜੀ ਹੈ ਜਾਣਕਾਰੀ ਦਿੱਤੀ ਜਾਏਗੀ। ਹੁਣ ਅਖੀਰ ਦੇ ਵਿੱਚ ਮੈਂ ਫੇਰ ਆਪਣੇ ਸਾਡੇ ਡਿਪਟੀ ਡਾਇਰੈਕਟਰ ਮਿਸਟਰ ਵਿਜੇਂਦਰ ਤਵਨ ਤੇ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵਿੰਗ ਦੇ ਸਮੂਹ ਸਟਾਫ ਦਾ ਧੰਨਵਾਦ ਕਰਦੀ ਹਾਂ ਜਿਨਨੇ ਮੈਨੂੰ ਇਹ ਪਲੇਟਫਾਰਮ ਦਿੱਤਾ ਹੈ ਤੇ ਮੈਂ ਤੁਹਾਡੇ ਅੱਗੇ ਨਾਲ ਰੂਬਰੂ ਹੋ ਸਕੀ ਹਾਂ। ਤੇ ਮੇਰਾ ਕੰਟੈਕਟ ਨੰਬਰ ਹੈ 8284849005। ਈਮੇਲ ਆਈਡੀ ਹੈ chauhanbibastara@yahoo.in। ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ, WhatsApp ਵੀ ਕਰ ਸਕਦੇ ਹੋ ਜੇ ਤੁਹਾਡੀ ਕੋਈ ਕੁਐਰੀ ਹੈ ਤੇ ਮੈਨੂੰ ਮੇਲ ਵੀ ਕਰ ਸਕਦੇ ਹੋ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਮੈਮ। ਥੈਂਕ ਯੂ ਸਾਰੇ ਪਾਰਟਿਸਿਪੈਂਟਸ ਦਾ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ।